श्री वाहिगुरु साहिब जी। जिह सतगुर सिमरंत नैनके तिमर मिटह खिन। जिह सतगुर सिमरंत हृदय हर नाम दिनो दिन। जिह सतगुर सिमरंत जी की तपत मिटावै। जिह सतगुर सिमरंत रिद सिद नव निद पावै। सोई रामदास गुर बल भाण मिल संगत धन धन करहो। जिह सतगुर लग प्रभ पाईऐ सो सतगुर सिमरो नरहो। जिह सतगुर लग प्रभ पाईऐ सो सतगुर सिमरो नरहो। कहो टल गुर सेविऐ अहनिस सहज सुभाए। दर्शन परसै गुरु कै जन्म मरण दुख जाए। दर्शन परसै गुरु कै जन्म मरण दुख जाए। सतनाम श्री वाहिगुरु साहिब जी। अमुल गुण अमुल वापार अमुल वापारीए अमुल भंडार। अमुल गुण अमुल वापार अमुल वापारीए अमुल भंडार। अमुल आवहे अमुल लै जाहे अमुल पाए अमुला समाहे। अमुल धर्म अमुल दीबान अमुल तुल अमुल परवान। अमुल बख्शीस अमुल नीसान। अमुल कर्म अमुल फुरमान। अमुलो अमुल आख्या न जाए आख आख रहे लिवलाए। आखह वेद पाठ पुराण आखह पढ़े करहे वखियान। आखह बरमे आखह इंद आखह गोपी तै गोविंद। आखह ईश्वर आखह सिद्ध आखह केते कीते बुद्ध। आखह दानव आखह देव आखह सुर नार मुन जन सेव। केते आखहे आखण पाहे केते कह कह उठ उठ जाहे। एते कीते होर करे तां आख न सकहे केई के। जे वड भावै ते वड होए नानक जाणै साचा सोए। जे को आखै बोल विगाड़ तां लिखिए सिर गावारां गावार। जे को आखै बोल विगाड़
ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜਾਗਦੀ ਜੋਤ 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੀ ਕਿਰਪਾ ਰਹਿਮਤ ਸਦਕਾ ਗੁਰਬਾਣੀ ਕਥਾ ਸੰਥਿਆ ਦੀ ਕਲਾਸ ਵਿੱਚ ਆਪਾਂ ਰੋਜ਼ ਦੀ ਤਰ੍ਹਾਂ ਇਕੱਤਰ ਹੋਏ ਹਾਂ। ਸਤਿਗੁਰੂ ਜੀ ਦੀ ਕਿਰਪਾ ਸਦਕਾ ਸ੍ਰੀ ਜਪਜੀ ਸਾਹਿਬ ਦੀਆਂ 25 ਪੌੜੀਆਂ ਸੰਪੂਰਨ ਹੋ ਚੁੱਕੀਆਂ ਹਨ। 26ਵੀਂ ਪੌੜੀ ਦਾ ਪਾਠ ਆਪਾਂ ਸਰਵਣ ਕੀਤਾ ਹੈ। ਪਹਿਲਾਂ ਆਪਾਂ ਵਿਸ਼ਰਾਮ ਤੇ ਪਾਠਾਂ ਦੇ ਨਿਰਣੇ ਕਰਕੇ ਫਿਰ ਆਪਾਂ ਕਥਾ ਜੋ ਹੈ ਉਹ ਸ਼ੁਰੂ ਕਰਦੇ ਹਾਂ। ਅਮੁੱਲ ਗੁਣ, ਅਮੁੱਲ ਵਾਪਾਰ। ਅਮੁੱਲ ਪਾਠ ਉਚਾਰਨ ਕਰਨਾ, ਅਮੁੱਲ ਐੜਾ ਲਾ ਕੇ, ਅਮੁੱਲ ਗੁਣ ਵਿਸ਼ਰਾਮ, ਅਮੁੱਲ ਵਾਪਾਰ, ਵਪਾਰ ਨਹੀਂ ਵਾਪਾਰ, ਕੰਨਾ ਵਾਵੇ ਨੂੰ ਜ਼ਰੂਰ ਲਾਉਣਾ। ਅਮੁੱਲ ਵਾਪਾਰੀਏ, ਅਮੁੱਲ ਭੰਡਾਰ, ਅਮੁੱਲ ਆਵਹੇ, ਅਮੁੱਲ ਲੈ ਜਾਹੇ। ਆਹੇ ਜ਼ਰੂਰ ਲਾਉਣੇ, ਆਵੇ ਜਾਵੇ ਜਾਏ ਨਹੀਂ, ਆਵਹੇ ਜਾਹੇ। ਅਮੁੱਲ ਭਾਏ, ਅਮੁੱਲਾ ਸਮਾਹੇ, ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ, ਅਮੁੱਲ ਪਰਵਾਨ, ਅਮੁੱਲ ਬਖਸ਼ੀਸ, ਅਮੁੱਲ ਨੀਸਾਨ, ਅਮੁੱਲ ਕਰਮ, ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖੇ ਆਖੇ ਰਹੇ ਲਿਵ ਲਾਏ। ਆਖੇ ਇੱਥੇ ਵਿਸ਼ਰਾਮ ਲੱਗਣਾ ਹੈ। ਇਸ ਪੰਕਤੀ ਦਾ ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ। ਆਖੇ ਬਰਮੇ, ਇੱਥੇ ਵਿਸ਼ਰਾਮ ਹੈ ਬਰਮੇ ਤੇ। ਆਖੇ ਬਰਮੇ, ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ, ਆਖੇ ਸਿੱਧ। ਹਾਹੇ ਜ਼ਰੂਰ ਨਾਲ ਲਾਉਣੇ। ਆਖੇ ਆਖੇ ਨਹੀਂ ਪੜ੍ਹਨਾ। ਜੇ ਖੱਖੇ ਨੂੰ ਲਾ ਦੋਗੇ ਤਾਂ ਹਾਹੇ ਨੂੰ ਸਿਹਾਰੀ ਕੱਟੀ ਜਾਏਗੀ। ਆਖੇ ਬਰਮੇ, ਆਖੇ ਇੰਦ, ਏਦਾਂ ਕਾਲੀ ਨਾਲ ਪੜ੍ਹਦੇ ਕਰਕੇ ਤੇ ਫਿਰ ਉਹ ਗਲਤ ਪੜ੍ਹੀ ਜਾਂਦੀ ਹੈ। ਆਖੇ ਹਾਹਾ ਜ਼ਰੂਰ ਬੁਲਾਉਣਾ ਨਾਲ ਸਿਹਾਰੀ। ਆਖੇ ਬਰਮੇ, ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ, ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ, ਆਖੇ ਦੇਵ, ਆਖੇ ਸੁਰ ਨਰ, ਮੁਨ ਜਨ ਸੇਵ। ਕੇਤੇ ਆਖੇ, ਆਖਣ ਪਾਹੇ, ਕੇਤੇ ਕਹਿ ਕਹਿ ਵਿਸ਼ਰਾਮ, ਉਠ ਉਠ ਜਾਹੇ। ਏਤੇ ਕੀਤੇ ਹੋਰ ਕਰੇਹ, ਤਾਂ ਆਖ ਨਾ ਸਕਹਿ ਕੇਈ ਕੇ। ਕੇਈ ਕੇ, ਕੱਕੇ ਨੂੰ ਲਾਂ ਤੇ ਈੜੀ ਨੂੰ ਸਿਹਾਰੀ ਹੈ। ਜੇਬੜ ਭਾਵੈ ਤੇਬੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਗਾਵਾਰਾਂ ਗੱਗੇ ਨੂੰ ਕੰਨਾ ਲਾ ਕੇ, ਗਾਵਾਰਾ ਗਾਵਾਰ। ਹਾਂਜੀ, ਇਹ ਪਾਠ ਤੇ ਵਿਸ਼ਰਾਮ ਇਹਨਾਂ ਤੇ ਧਿਆਨ ਦੇਣਾ। ਹੁਣ ਆਪਾਂ ਮੂਲ ਰੂਪ ਵਿੱਚ ਜੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਸ ਪੌੜੀ ਵਿੱਚ ਕਰਨ ਰੱਖ ਕੇ ਮਹਾਰਾਜ ਉਪਦੇਸ਼ ਦਿੰਦੇ ਆ, ਉਹ ਆਪ ਜੀ ਨੇ ਸਰਵਣ ਕਰਨਾ। ਪਿਛਲੀ ਪੌੜੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਜਗਤ ਦੇ ਹਿਸਾਬ ਕੀਮਤੀ ਹਸਤੀ ਹੈ ਔਰ ਜਗਤ ਵਿੱਚ ਸਭ ਜੀਆਂ ਤੋਂ ਵਧੇਕ ਉਸ ਦੀ ਕੀਮਤੀ ਕਦਰ ਪੈਂਦੀ ਹੈ, ਅਤੇ ਪਾਤਸ਼ਾਹਾਂ ਦਾ ਪਾਤਸ਼ਾਹ ਤਾਂ ਪਾਤਸ਼ਾਹ ਤੋਂ ਉੱਪਰ ਵੀ ਹੈ ਪਰਮੇਸ਼ਰ, ਉਹਦੇ ਬਰਾਬਰ ਕੋਈ ਪਾਤਸ਼ਾਹ ਨਹੀਂ। ਅਕਾਲ ਪੁਰਖ ਵਾਹਿਗੁਰੂ ਸਭ ਕੀਮਤਾਂ ਕੂਤਾਂ ਤੋਂ ਉੱਪਰ ਹੈ। ਇਸ ਲਈ ਉਸ ਨੂੰ ਮਹਾਰਾਜ ਸਾਹਿਬ ਜੀ ਅਗਲੀ ਪੌੜੀ ਵਿੱਚ ਹੁਣ ਅਮੁੱਲ ਕਰਕੇ ਕਥਨ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਵੇਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ, ਕਿਸੈ ਬਿਟਹੁ ਰਹੇ ਲੋਕ ਵਿਲ ਲਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਵਾਹਿਗੁਰੂ ਕਿਸੇ ਪਾਸੋਂ
ਕਿਸੇ ਵੀ ਤਰੀਕੇ ਨਾਲ ਮੁੱਲ ਨਹੀਂ ਪਾਇਆ ਜਾ ਸਕਦਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਨਾ, ਸੰਮਨ ਜਾਓ ਇਸ ਪ੍ਰੇਮ ਕੀ, ਦਮ ਕਿਹੁ ਹੋਤੀ ਸਾਟ, ਰਾਵਨ ਹੋਤੇ ਸੁਰੰਕ ਨਹਿ, ਜਿਨ ਸਿਰ ਦੀਨੇ ਕਾਟ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸੀ ਕਿ ਸੰਮਣਾ ਹੰਕਾਰ ਨਾ ਕਰ ਲਈ ਕਿ ਮੈਂ ਆਪਣੇ ਪੁੱਤਰ ਦਾ ਸਿਰ ਕੱਟ ਕੇ ਸੇਵਾ ਕੀਤੀ ਹੈ, ਜੇ ਸੀਸ ਦੇ ਕੇ ਵੀ ਇਹ ਨਾਮ ਦਾ ਸੁੱਖ ਮਿਲ ਜਾਵੇ, ਵਾਹਿਗੁਰੂ ਜੀ ਦਾ ਅਨੁਭਵੀ ਗਿਆਨ ਪ੍ਰਾਪਤ ਹੋ ਜਾਵੇ, ਤੇ ਫਿਰ ਇਹ ਸਸਤਾ ਸੌਦਾ ਹੈ, ਮਹਿੰਗਾ ਸੌਦਾ ਨਹੀਂ। ਅਮੁੱਲ ਦਾ ਅਰਥ ਮੁੱਲ ਤੋਂ ਰਹਿਤ ਨਹੀਂ ਹੈ, ਕੇਵਲ ਬੇਸ਼ਕੀਮਤਾ ਪਰਮੇਸ਼ਰ ਦਾ ਨਾਮ ਹੈ, ਮੁੱਲਾਂ ਤੋਂ ਉੱਪਰ ਵਾ, ਜੋ ਆਪ ਮੁੱਲ ਵਾਲੀਆਂ ਪਦਵੀਆਂ ਸਾਰਿਆਂ ਤੋਂ ਉੱਪਰ ਹੈ। ਵਾਹਿਗੁਰੂ ਦਾ ਨਾਮ ਅਮੋਲਕ ਹੈ, ਮੋਲ ਨਾ ਪਾਈਐ, ਗੁਣ ਹੈ ਅਮੋਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮੁੱਲ ਨਹੀਂ ਪਾਇਆ ਜਾਂਦਾ। ਜਿਵੇਂ ਕਬੀਰ ਜੀ ਨੇ ਕਿਹਾ ਨਾ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇ ਬਦਲੇ ਜਿਹੜਾ ਨਾ ਮਨ ਭੇਟਾ ਕਰਕੇ ਫਿਰ ਵਾਹਿਗੁਰੂ ਜੀ ਦਾ ਨਾਮ ਜਿਹੜਾ ਨਾ ਪ੍ਰਾਪਤ ਹੁੰਦਾ ਹੈ। ਹਰ ਆਪ ਅਮੁੱਲਕ ਹੈ, ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਅਮੁੱਲਕ ਹੈ ਪਰਮੇਸ਼ਰ, ਉਸ ਦੇ ਨਾਮ ਦੀ ਦਾਤ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਬਹੁਤ ਦੁਰਲੱਭ ਹੈ। ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੋ ਜਿਹਾ ਕੋਈ ਆਵਾਹਨ ਕਰਦਾ ਨਾ, ਜਿਸ ਤਰ੍ਹਾਂ ਦਾ ਕੋਈ ਚੇਤਾ ਕਰਦਾ ਹੈ, ਉਸੇ ਤਰ੍ਹਾਂ ਹੀ ਉਹਨੂੰ ਉਹ ਜਿਹੋ ਜਿਹੇ ਉਹਦੇ ਵਿੱਚ ਗੁਣ ਹੈ, ਉਹੋ ਜਿਹੇ ਚੇਤਾ ਕਰਨ ਵਾਲੇ ਵਿੱਚ ਗੁਣ ਆ ਜਾਂਦੇ ਆ। ਜੈਸਾ ਸੇਵੈ ਤੈਸੋ ਹੋਏ, ਜਿਹੋ ਜਿਹੇ ਦੀ ਸੇਵਾ ਕਰਦਾ ਹੈ ਉਹੋ ਜਿਹੇ ਉਹਦੇ ਵਿੱਚ ਗੁਣ ਆ ਜਾਂਦੇ ਆ। ਪਰਮੇਸ਼ਰ ਅਨੰਤ ਗੁਣਾਂ ਦਾ ਭੰਡਾਰ ਹੈ, ਉਹਦੇ ਗੁਣਾਂ ਨੂੰ ਜਿਹੜਾ ਹੈ ਉਹ ਗਿਣਿਆ ਨਹੀਂ ਜਾ ਸਕਦਾ, ਅਮੋਲਕ ਹਨ ਉਹਦੇ ਗੁਣ ਵੀ। ਤੇ ਮਹਾਰਾਜ ਕਿਹਾ ਜਿਨ ਜਾਤਾ ਸੋ ਤਿਸ ਹੀ ਜਿਹਾ, ਜਿਹਨੇ ਜਾਣ ਲਿਆ ਨਾ ਉਹ ਉਹੋ ਜਿਹਾ ਹੀ ਬਣ ਜਾਂਦਾ। ਫਿਰ ਮਹਾਰਾਜ ਨੇ ਵੀ ਕਿਹਾ ਭੇਦ ਨਾ ਜਾਣੋ, ਜਿਹੜਾ ਹੈ ਕਦੇ ਉਹਦੇ ਸਰੂਪ ਵਿੱਚ ਮਹਾਰਾਜ ਕਹਿੰਦੇ ਭੇਦ ਨਾ ਜਾਣੋ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ, ਉਹ ਵਾਹਿਗੁਰੂ ਵਰਗੇ ਹੀ ਹੋ ਜਾਂਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਉਂ ਇਹ ਮੂਲ ਰੂਪ ਵਿੱਚ ਪ੍ਰਕਰਨ ਆਪ ਜੀ ਨੇ ਜਾਣਨਾ ਕਿ ਉਹ ਪਾਤਸ਼ਾਹ ਜੋਰ ਜਰ ਦੇ ਪਾਤਸ਼ਾਹ ਨਹੀਂ ਹੋ ਜਾਂਦੇ, ਜਿਹੜੇ ਵਾਹਿਗੁਰੂ ਦੇ ਨਾਮ ਦੀ ਦਾਤ ਨੂੰ ਪ੍ਰਾਪਤ ਕਰਦੇ ਆ। ਉਹ ਵਪਾਰੀ ਹੋ ਜਾਂਦੇ ਹਨ, ਪਰ ਕਿਹੜੇ? ਉਹ ਵਪਾਰੀ ਮਾਲ ਮਿਲਖ ਦੇ ਨਹੀਂ, ਪਰ ਗੁਣਾਂ ਦੇ ਵਪਾਰੀ ਹੋ ਜਾਂਦੇ ਆ। ਉਹ ਮਾਇਕ ਗੁਣਾਂ ਦੇ ਸੰਸਾਰਕ ਖੂਬੀਆਂ ਦੇ ਵਪਾਰੀ ਨਹੀਂ ਹੋ ਜਾਂਦੇ, ਪਰ ਉਹ ਅਮੁੱਲ ਪਦ ਦੇ ਗੁਣਾਂ ਦੇ ਵਪਾਰੀ ਹੋ ਜਾਂਦੇ ਹਨ। ਜਿੱਥੇ ਮਨ ਤਨ ਸਾਚ ਵਿਗਸਿਆ, ਕੀਮਤ ਕਹਿਣ ਨਾ ਜਾਏ। ਐਸੀ ਅਮੁੱਲਕਤਾ ਵਾਲੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਅਮੁੱਲ ਗੁਣਾਂ ਦਾ ਹੀ ਉਹ ਵਪਾਰ ਕਰਦੇ ਆ, ਅਮੁੱਲ ਗੁਣਾਂ ਦੇ ਭੰਡਾਰ ਬਣ ਜਾਂਦੇ ਆ, ਉਹਨਾਂ ਦੇ ਪਾਸ ਇਹ ਭੰਡਾਰੇ ਭਰੇ ਰਹਿੰਦੇ ਆ। ਇਉਂ ਅਮੁੱਲਕ ਹੀ ਉਹ ਵਪਾਰੀ ਜਿਹੜੇ ਆ ਅਖਵਾਏ ਜਾਂਦੇ ਆ। ਫਿਰ ਮਾਨ ਦੇ ਦਾਅਵੇ ਦਾ ਤਿਆਗ ਕਰਕੇ ਮੈਂ ਮੇਰੀ ਤੋਂ ਸਖਣੇ ਹੋਏ, ਉਹਨਾਂ ਦੇ ਅੰਦਰ ਮੈਂ ਨਹੀਂ ਹੁੰਦੀ, ਹੰਗਤਾ ਮਮਤਾ ਨਹੀਂ ਹੁੰਦੀ। ਮੁੱਲ ਰਹਿਤ ਵਣਜਾਰੇ ਉਹਨਾਂ ਪਾਸ ਵਣਜ ਲਈ ਆਉਂਦੇ ਹਨ। ਅਮੁੱਲ ਪਦ ਦਾ ਵੱਖਰਾ ਸੌਦਾ ਖਰੀਦ ਕੇ ਲੈ ਜਾਂਦੇ ਆ। ਜਿਹੜੇ ਕੋਈ ਨਾਮ ਦੇ ਅਧਿਕਾਰੀ ਆਉਂਦੇ ਆ ਨਾ, ਉਹਨਾਂ ਨੂੰ ਫਿਰ ਅਧਿਕਾਰੀ ਵੇਖ ਕਰਕੇ ਰੱਬੀ ਗਿਆਨ ਦੇ ਨਾਲ ਰੰਗਰੇਜ਼ ਜੋ ਹੈ ਉਹ ਫਿਰ ਦਾਤ ਦੇ ਦਿੰਦੇ ਆ, ਬਖਸ਼ਿਸ਼ ਕਰ ਦਿੰਦੇ ਆ। ਇਹੋ ਜਿਹੜੀ ਆ ਨਾ ਅਮੁੱਲ ਭਾਵਾਂ ਵਾਲੇ ਉਹਨਾਂ ਦੇ ਅੰਦਰ ਜਿਹੜੇ ਸੁਭ ਗੁਣ ਹਨ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆਪ ਪਰਮੇਸ਼ਰ ਵਿੱਚ ਉਹ ਸਮਾਏ ਰਹਿੰਦੇ ਆ, ਵਾਹਿਗੁਰੂ ਨਾਲ ਪਿਆਰ ਕਰਦੇ ਆ। ਅਮੁੱਲ ਦਾ ਮਾਰਗ ਧਰਮਰਾਜ ਦੇ ਮਾਰਗ ਤੋਂ ਵੱਖਰਾ ਹੈ। ਇਸ ਤੇ ਟੁਰਨ ਵਾਲਿਆਂ ਦਾ ਲੇਖਾ ਧਰਮਰਾਜ ਨਹੀਂ ਕਰਦਾ। ਸੋ ਅਮੁੱਲ ਲੋਕਾਂ ਦਾ ਅਮੁੱਲ ਧਰਮਰਾਜ, ਜਿਸ ਦਾ ਜੀਵਨ ਹੀ ਅਮੁੱਲ ਦਾ ਹੈ, ਆਪ ਉਹਨਾਂ ਤੋਂ ਤੋਲਦਾ ਪਰਖਦਾ ਹੈ। ਭਾਵ ਇਹ ਕਿ ਧਰਮਰਾਜਾ ਉਹਨਾਂ ਕਰਮਾਂ ਨੂੰ ਜਿਹੜਾ ਹੈ ਨਹੀਂ ਤੋਲ ਸਕਦਾ। ਅਮੁੱਲ ਦੀ ਤੱਕੜੀ ਜਿਹੜੀ ਆ ਅਮੁੱਲ ਦੇ ਵੱਟੇ ਨਾਲ, ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਦੀ ਪਰਖ ਜਿਹੜੀ ਆ ਨਾ ਉਹ ਅਮੁੱਲ ਦੀ ਤੱਕੜੀ ਨਾਲ ਤੇ ਅਮੁੱਲ ਦੇ ਵੱਟੇ ਨਾਲ ਹੀ ਹੁੰਦੀ ਆ। ਗੱਲ ਕੀ ਕਿ ਇਹਨਾਂ ਵਿੱਚ ਅਮੁੱਲਤਾ ਦਾ ਨਿਸ਼ਾਨ ਹੀ ਦੇਖ ਲਿਆ ਜਾਂਦਾ ਹੈ। ਤੇ ਐਸੇ ਅਮੁੱਲ ਦੀ ਬਖਸ਼ਿਸ਼ ਜਦੋਂ ਉਹਨਾਂ ਦੇ ਜੀਵਨ ਦੇ ਅੰਦਰ ਹੁੰਦੀ ਹੈ, ਇਹਨਾਂ ਅਮੁੱਲ ਬਖਸ਼ਿਸ਼ਾਂ ਤੇ ਪਹੁੰਚਿਆ ਹੋਇਆਂ
ਬਖਸ਼ਿਸ਼ ਵੀ ਜਿਹੜੀ ਆ ਉਹ ਅਮੋਲਕ ਹੋ ਜਾਂਦੀ ਹੈ। ਭਾਵ ਉਸ ਦਾ ਮੁੱਲ ਨਹੀਂ ਕੋਈ, ਉਸ ਬਖਸ਼ਿਸ਼ ਦਾ ਵੀ ਹੁਕਮ ਵੀ ਅਮੁੱਲ ਹੋ ਜਾਂਦਾ ਹੈ। ਅਥਵਾ ਇਸ ਦਾ ਮੁੱਲ ਦੀਵਾਨ ਦੀ ਬਖਸ਼ਿਸ਼ ਵੀ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਹੜਾ ਵਾਹਿਗੁਰੂ ਆਪ ਅਮੋਲਕ ਵੈ, ਉਹਦੀ ਬਖਸ਼ਿਸ਼ ਵੀ ਅਮੋਲਕ ਹੈ। ਤੇ ਇਸ ਕਰਕੇ ਵਾਹਿਗੁਰੂ ਨੂੰ ਜਿਹੜਾ ਸੰਪੂਰਨ ਤੌਰ ਤੇ ਜਿਹੜਾ ਵਰਣਨ ਕਿਸੇ ਤੋਂ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਾਂ ਜਿਹੜੇ ਅਮੁੱਲ ਦੇ ਵਪਾਰੀ ਹੈ ਉਸ ਨੂੰ ਆਖਦੇ ਹਨ, ਆਖਦੇ ਆਖਦੇ ਉਸ ਦਾ ਅੰਤ ਨਹੀਂ ਲੈਂਦੇ, ਉਸ ਦੇ ਵਿੱਚ ਹੀ ਲਿਵ ਲਾਈ ਰੱਖਦੇ ਹੈ। ਮਹਾਰਾਜ ਕਿਹਾ ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਨਾ ਉਹਦੀ ਕੀਮਤ ਪੈਂਦੀ ਉਸ ਸਰੂਪ ਦੀ, ਨਾ ਉਸ ਸਰੂਪ ਨੂੰ ਪੂਰਨ ਤੌਰ ਤੇ ਕਿਹਾ ਜਾ ਸਕਦਾ ਹੈ। ਹਾਂ ਕਹਿਣ ਵਾਲੇ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਵਿੱਚ ਸਮਾ ਜਾਂਦੇ, ਅਭੇਦ ਹੋ ਜਾਂਦੇ ਆ। ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ। ਉਸ ਵਾਹਿਗੁਰੂ ਦਾ ਕਿਸੇ ਅੰਤ ਨਹੀਂ ਪਾਇਆ। ਚੇਤੇ ਕਰ ਕਰਕੇ ਵਾਹਿਗੁਰੂ ਨੂੰ ਯਾਦ ਕਰਕੇ ਭਗਤਾਂ ਨੇ ਸੁਖ ਪਾਇਆ ਹੈ, ਆਨੰਦ ਪਾਇਆ ਹੈ, ਸਹਿਜ ਪਾਇਆ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹ ਨਿਹਾਲ ਹੁੰਦੇ ਆ ਵਾਹਿਗੁਰੂ ਦੇ ਇਸ ਨਾਮ ਦੇ ਪਦਾਰਥ ਨੂੰ ਪਾ ਕਰਕੇ। ਹੁਣ ਸੰਖੇਪ ਰੂਪ ਵਿੱਚ ਆਪਾਂ ਸੁਣਿਆ ਤੇ ਵਿਸਥਾਰ ਜਿਹੜਾ ਹੈ, ਪੌੜੀ ਭਾਵੇਂ ਵੱਡੀ ਹੈ ਤੇ ਪਰ ਆਪਾਂ ਫਿਰ ਵੀ ਮਹਾਰਾਜ ਸਾਹਿਬ ਕਿਰਪਾ ਕਰਨ ਸੰਪੂਰਨਤਾ ਕਰਾਂਗੇ। ਸਿੱਧਾਂ ਨੇ ਸਤਿਗੁਰੂ ਜੀ ਤੋਂ ਪੁੱਛਿਆ, ਪ੍ਰਸ਼ਨਾਂ ਦੇ ਉੱਤਰ ਮਹਾਰਾਜ ਸਾਹਿਬ ਜੀ ਤੋਂ ਮੰਗਦੇ ਆ ਕਿ ਉਸ ਪਰਮੇਸ਼ਰ ਦੇ ਗੁਣ ਅਤੇ ਵਪਾਰ ਦੱਸੋ। ਤਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਅਮੁੱਲ ਗੁਣ ਇਹ ਸਿੱਧੋ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਸ਼ੁਭ ਗੁਣ ਬੜੇ ਹੀ ਅਮੋਲਕ ਹਨ, ਭਾਵ ਬੇਕੀਮਤੇ ਹਨ। ਮੋਲ ਨਾ ਪਾਈਐ ਗੁਣ ਹੈ ਅਮੋਲ, ਗੁਣ ਅਮੋਲਕ ਪਾਏ ਨਾ ਜਾਹੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਉਹਦੇ ਜਿਹੜੇ ਗੁਣ ਹਨ ਅਮੋਲਕ ਨੇ, ਉਹ ਗੁਣ ਕਿਸੇ ਵੀ ਕੀਮਤ ਨਾਲ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਵਾਹਿਗੁਰੂ ਜੀ ਜਿਨ੍ਹਾਂ ਨੂੰ ਸੰਤੋਖੀ ਹੋਣ ਦੀ ਦਾਤ ਦੇ ਦਿੰਦੇ ਆ ਤੇ ਕਿੱਡਾ ਅਮੋਲਕ ਗੁਣ ਹੈ। ਕਦੇ ਮਨ ਦੇ ਅੰਦਰ ਕੋਈ ਇੱਛਾ ਹੀ ਨਹੀਂ ਫੁਰਦੀ। ਤੋ ਸਤਿਗੁਰੂ ਜੀ ਨੇ ਬਚਨ ਕਹੇ ਆ, ਲੱਖ ਕਰੋੜੀ ਮਿਲੈ ਨਾ ਕੇਹ, ਜਿਸੈ ਪ੍ਰਾਪਤ ਤਿਸ ਹੀ ਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਦੇ ਤੇ ਨਿਹਾਲ ਹੁੰਦੇ ਆ ਉਹਨੂੰ ਹੀ ਦਿੰਦੇ ਆ। ਲੱਖਾਂ ਕਰੋੜਾਂ ਦੀਆਂ ਕੀਮਤਾਂ ਤਾਰ ਕੇ ਵੀ ਇਹ ਗੁਣ ਨਹੀਂ ਪ੍ਰਾਪਤ ਹੁੰਦੇ। ਵਾਹਿਗੁਰੂ ਦੇ ਦਰੋਂ ਘਰੋਂ ਮਿਲੇ ਹੋਏ ਸ਼ੁਭ ਗੁਣ ਵੀ ਮਹਾਰਾਜ ਕਹਿੰਦੇ ਅਮੋਲਕ ਹਨ। ਪਰਮੇਸ਼ਰ ਦੇ ਗੁਣਾਂ ਨੂੰ ਗਿਣਿਆ ਨਹੀਂ ਜਾ ਸਕਦਾ ਤੇ ਇੱਕ ਇੱਕ ਗੁਣ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਅਮੁੱਲ ਵਪਾਰ ਸਾਧ ਸੰਗਤ ਰੂਪੀ ਹੱਟ ਵਿੱਚ ਝੂਠ ਛੱਡ ਕੇ ਤੇ ਸੱਚ ਨੂੰ ਗ੍ਰਹਿਣ ਕਰਦੇ ਆ। ਕਾਮ ਤਿਆਗ ਕੇ ਵਸਤੂ ਵਿਚਾਰ ਨੂੰ ਗ੍ਰਹਿਣ ਕਰਦੇ ਆ। ਕ੍ਰੋਧ ਛੱਡ ਕੇ ਸ਼ਾਂਤੀ ਨੂੰ, ਲੋਭ ਤਿਆਗ ਕੇ ਸੰਤੋਖ ਨੂੰ, ਮੋਹ ਦੇ ਵਿਵੇਕ ਨੂੰ, ਤੇ ਹੰਕਾਰ ਤੇ ਨਿਮਰਤਾ, ਇਹ ਵਪਾਰ ਕਰਦੇ ਆ, ਨਿਮਰਤਾ ਲੈ ਲੈਂਦੇ ਆ। ਇਹਨਾਂ ਸ਼ੁਭ ਗੁਣਾਂ ਦੀ ਧਾਰਨਾ ਕਰਨ ਰੂਪ ਵਪਾਰ ਵੀ ਅਮੋਲਕ ਹੈ। ਅਮੁੱਲ ਵਸਤੂ ਤਿੰਨ ਤਰ੍ਹਾਂ ਦੀ ਹੁੰਦੀ ਹੈ। ਜੋ ਵਸਤੂ ਬਿਨਾਂ ਮੁੱਲ ਤੋਂ ਮੁਫਤ ਹੀ ਮਿਲ ਜਾਵੇ, ਜੋ ਵਸਤੂ ਵਿਦਿਆ, ਬੁੱਧ ਅਤੇ ਧਨ ਨਾਲ ਵੀ ਨਾ ਮਿਲ ਸਕੇ, ਜੋ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲੇ, ਹੋਰ ਕਿਸੇ ਪ੍ਰਕਾਰ ਪ੍ਰਾਪਤ ਨਾ ਹੁੰਦੀ ਹੋਵੇ, ਉਹ ਵੀ ਅਮੁੱਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਸਾਧ ਸੰਗਤ ਦੇ ਅੰਦਰ ਵਪਾਰ ਹੈ ਨਾ, ਇਹ ਅਮੋਲਕ ਵਪਾਰ ਹੈ। ਜਦੋਂ ਸਤ ਸੰਗਤ ਵਿੱਚ ਚੱਲ ਕਰਕੇ ਆਉਂਦੇ ਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਇੱਥੇ ਅਵਗਣਾ ਰੂਪੀ ਸਿੱਕਿਆਂ ਨੂੰ ਜਿਹੜਾ ਹੈ ਧਰ ਕੇ ਗੁਣ ਜਿਹੜੇ ਆ ਉਹ ਖਰੀਦ ਲਓ। ਵਾਹਿਗੁਰੂ ਜੀ ਦੇ ਜਿਹੜੇ ਗੁਣ ਹਨ ਉਹ ਸੱਚੇ ਪਾਤਸ਼ਾਹ ਮਹਾਰਾਜ ਔਗਣ ਛਡਾ ਕੇ ਤੇ ਗੁਣ ਸਤਿਗੁਰੂ ਜੀ ਦੇ ਦਿੰਦੇ ਆ। ਉਹ ਫਿਰ ਜਿਨ੍ਹਾਂ ਨੂੰ ਇਹ ਗੁਣ ਪ੍ਰਾਪਤ ਹੁੰਦੇ ਆ, ਜਿੱਥੇ ਗੁਣ ਅਮੋਲਕ ਨੇ, ਉਹ ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਜਾਂਦੇ ਉਹ ਵੀ ਅਮੋਲਕ ਹੋ ਜਾਂਦੇ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਉਸ ਦੇ ਸਿੱਖ ਜਗਿਆਸੂ ਜਿਹੜੇ ਹਨ ਵਾਹਿਗੁਰੂ ਦੇ ਸ਼ੁਭ ਗੁਣ ਖਰੀਦਣ ਵਾਲੇ ਵਪਾਰੀਏ ਅਥਵਾ ਬ੍ਰਹਮ ਗਿਆਨੀ ਵਪਾਰ ਕਰਾਉਣ ਵਾਲੇ ਵਪਾਰੀਏ ਵੀ ਅਮੋਲਕ ਹਨ। ਇੱਕ ਤਾਂ ਵਪਾਰ ਪਿੱਛੇ ਮਹਾਰਾਜ ਜ਼ਿਕਰ ਕੀਤਾ ਨਾ, ਤੇ ਵਪਾਰ ਦੇ ਕਰਾਉਣ ਵਾਲੇ ਕੌਣ ਹੁੰਦੇ ਆ? ਵਪਾਰੀਏ। ਤੇ ਉਹ ਵਪਾਰੀ ਕੌਣ ਹਨ? ਭਗਤ, ਜਿਨ੍ਹਾਂ ਦਾ ਅੰਦਰ ਜੁੜ ਗਿਆ ਹੈ ਬ੍ਰਹਮ ਗਿਆਨੀ ਮਹਾਂਪੁਰਖ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਅਮੋਲਕ ਹਨ। ਤੇ ਅਕਾਲ ਪੁਰਖ ਦਾ ਭੰਡਾਰ ਜਿਹੜਾ ਸਤ ਸੰਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਅਮੋਲਕ ਹੈ। ਸੱਚੇ ਪਾਤਸ਼ਾਹ ਦੇ ਵਿੱਚ ਕਿੰਨੇ ਗੁਣ? ਮੇਰੇ RAM ਕੋ ਭੰਡਾਰ, ਏਡਾ ਵੱਡਾ ਭੰਡਾਰ ਹੈ।
सच्चे पातशाह महाराज कहते भाई ये तां कदे मुक ही नहीं सकदा। अमुल वापारीए अमुल भंडार, ये जिहड़ा भंडारा है ना, गुरु महाराज सच्चे पातशाह कहते सत संगत दे विच शुभ गुणां दा ये भी मुल तो रहत ही आ, अमोलक ही है। ते इत्थे आ करके जिहड़े महापुरख ਵਪਾਰੀਏ ਵਪਾਰ ਕਰਦੇ ਆ, ਜੀਆਂ ਦੇ ਤਾईं शुभ गुणां ਨੂੰ ਬਖਸ਼ਿਸ਼ ਕਰਦੇ ਆ, ਕਿਉਂਕਿ ਉਹਨਾਂ ਨੇ ਆਪਣਾ ਤਨ ਮਨ ਤੇ ਧਨ ਵੇਚ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਇਹ ਦਾਤ ਪ੍ਰਾਪਤ ਕੀਤੀ ਹੁੰਦੀ ਆਪ। ਇਸ ਕਰਕੇ ਉਹ ਨਾਮ ਨੂੰ ਅੱਗੇ ਵੰਡਦੇ ਆ ਤੇ ਵਪਾਰੀਏ ਖਵਾਉਂਦੇ ਆ। ਉਹਨਾਂ ਦੇ ਜੀਵਨ ਵੀ ਅਮੋਲਕ ਹੀ ਹਨ, ਮੁੱਲ ਤੋਂ ਰਹਿਤ ਆ, ਉਹਨਾਂ ਦੇ ਜੀਵਨ ਦਾ ਵੀ ਮੁੱਲ ਨਹੀਂ ਪਾਇਆ ਜਾ ਸਕਦਾ। ਮਹਾਰਾਜ ਕਹਿੰਦੇ ਅਮੁੱਲ ਆਵਹਿ ਅਮੁੱਲ ਲੈ ਜਾਹੇ। ਜੋ ਗੁਰਮੁਖ ਮਾਤ ਲੋਕ ਵਿੱਚ ਮਨੁੱਖਾ ਜਨਮ ਧਾਰ ਕੇ ਆਵਹਿ ਆਉਂਦੇ ਹਨ, ਉਹਨਾਂ ਦਾ ਆਉਣਾ ਵੀ ਅਮੋਲਕ ਹੈ, ਕਿਉਂਕਿ ਉਹਨਾਂ ਦਾ ਆਉਣਾ ਸਾਡੇ ਵਰਗਾ ਨਹੀਂ ਹੁੰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਇਸ ਕਰਕੇ ਅਮੁੱਲ ਆਵਹਿ, ਉਹਨਾਂ ਦਾ ਆਉਣਾ ਵੀ ਅਮੋਲਕ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜਾ ਉਹਨਾਂ ਦਾ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਅਤੇ ਮੁਕਤ ਆਦਿਕਾਂ ਨੂੰ ਲੈ ਕਰਕੇ ਜਦੋਂ ਸੱਚਖੰਡ ਨੂੰ ਜਾਂਦੇ ਆ, ਉਹਨਾਂ ਦਾ ਜਾਣਾ ਵੀ ਅਮੋਲਕ ਹੈ। ਜਦੋਂ ਉਹ ਸੱਚਖੰਡ ਨੂੰ ਜਾਂਦੇ ਆ, ਸਰੀਰ ਦਾ ਤਿਆਗ ਕਰਦੇ ਆ, ਤੇ ਬਹੁਤ ਸੰਸਾਰ ਫਿਰ ਉਹਨਾਂ ਦੇ ਗੁਣ ਚੇਤੇ ਕਰ ਕਰਕੇ ਜਗਿਆਸੂ ਬਰਾਗ ਕਰਦੇ ਆ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਜਦੋਂ ਸੱਚਖੰਡ ਗਏ ਸੀ ਤਾਂ ਬਹੁਤ ਬੈਰਾਗ ਉਸ ਸਮੇਂ ਸਿੰਘਾਂ ਨੇ, ਸੰਗਤਾਂ ਨੇ ਬਹੁਤ ਜ਼ਿਆਦਾ ਬੈਰਾਗ ਕੀਤਾ। ਤੇ ਮਹਾਰਾਜ ਜੀ ਨੇ ਕਿਹਾ ਇਹੋ ਵਿਛੋੜਾ ਸਹਿਆ ਨਾ ਜਾਏ। ਫਿਰ ਉਹਨਾਂ ਦਾ ਜਾਣਾ ਵੀ ਅਮੋਲਕ ਹੋ ਜਾਂਦਾ ਹੈ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਕਿਉਂ ਸੱਚਖੰਡ ਜਦੋਂ ਜਾਂਦੇ ਆ ਉਹਨਾਂ ਦਾ ਜਾਣਾ ਵੀ ਅਮੋਲਕ ਹੈ, ਕਿਉਂਕਿ ਆਪ ਉਹਨਾਂ ਨੇ ਕਮਾਈ ਕੀਤੀ, ਨਾਮ ਜਪਿਆ, ਲੱਖਾਂ ਹੀ ਪ੍ਰਾਣੀਆਂ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜਿਆ। ਇਉਂ ਸਤਿਗੁਰੂ ਜੀ ਫਰਮਾਉਂਦੇ ਆ ਅਮੁੱਲ ਭਾਏ ਅਮੁੱਲਾ ਸਮਾਹੇ। ਉਸ ਪਰਮੇਸ਼ਰ ਦਾ ਭਾਏ ਜਿਹੜਾ ਭਾਣਾ ਮੰਨਣਾ ਵੀ ਹੈ ਨਾ, ਇਹ ਅਮੋਲਕ ਹੈ, ਕਿਉਂਕਿ ਭਾਣੇ ਜੇਵੜ ਅਵਰ ਨਾ ਦਾਤ। ਮਹਾਰਾਜ ਸੱਚੇ ਪਾਤਸ਼ਾਹ ਦਾ ਭਾਣਾ ਮੰਨਣ ਤੋਂ ਵੱਡੀ ਕੋਈ ਦਾਤ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਆ ਜਿਹੜਾ ਭਾਣਾ ਮੰਨਣਾ ਇਹ ਵੀ ਅਮੋਲਕ ਹੈ, ਅਤੇ ਉਸ ਦੇ ਵਿੱਚ ਸਮਾਹੇ ਸਮਾਉਣਾ ਭਾਵ ਅਭੇਦ ਹੋਣਾ ਇਹ ਵੀ ਅਮੋਲਕ ਹੈ। ਅਮੁੱਲ ਭਾਏ ਅਮੁੱਲਾ ਸਮਾਹੇ, ਵਾਹਿਗੁਰੂ ਵਿੱਚ ਅਭੇਦ ਹੋ ਜਾਣਾ, ਜਿਉਂ ਜਲ ਮੈਂ ਜਲ ਆਏ ਖਟਾਨਾ, ਕਿਉਂ ਜੋਤੀ ਸੰਗ ਜੋਤ ਸਮਾਨਾ। ਇਹ ਵੀ ਮਹਾਰਾਜ ਕਹਿੰਦੇ ਅਮੋਲਕ ਦਾਤ ਹੈ, ਮੁੱਲ ਨਾਲ ਨਹੀਂ ਪ੍ਰਾਪਤ ਹੁੰਦੀ। ਅਮੁੱਲ ਧਰਮ ਅਮੁੱਲ ਦੀ ਬਾਣ, ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਉਸ ਦਾ ਜਿਹੜਾ ਧਰਮ ਹੈ, ਜੋ ਸਤ ਚਿੱਤ ਆਨੰਦ ਸਰੂਪ ਹੈ, ਇਹ ਵੀ ਅਮੋਲਕ ਹੈ, ਕਿਉਂਕਿ ਸਾਰਿਆਂ ਦੀ ਸੱਤਾ ਰੂਪ ਹੋ ਕਰਕੇ ਵਾਹਿਗੁਰੂ ਜੀ ਸਾਰਿਆਂ ਨੂੰ ਆਪਣੇ ਆਸਰੇ ਤੇ ਧਾਰਨ ਕੀਤਾ ਹੋਇਆ ਹੈ। ਇਸ ਕਰਕੇ ਇਹ ਜਿਹੜਾ ਵਾਹਿਗੁਰੂ ਦਾ ਸਤ ਚਿੱਤ ਆਨੰਦ ਸਰੂਪ ਧਰਮ ਹੈ ਨਾ, ਇਹ ਵੀ ਮਹਾਰਾਜ ਕਹਿੰਦੇ ਭਾਈ ਅਮੋਲਕ ਹੈ। ਸਤ ਕਹੀਏ ਤਰੀ ਕਾਲ ਆਬਾਦ ਰਹਿਣ ਵਾਲਾ ਹੈ, ਚਿੱਤ ਕਹੀਏ ਚੇਤਨ ਰੂਪ ਹੈ, ਆਨੰਦ ਕਹੀਏ ਸੁਖ ਰੂਪ ਹੈ। ਇਹ ਸਤ ਚਿੱਤ ਆਨੰਦ ਦਾ ਧਰਮ ਜਿਹੜਾ ਕੇਵਲ ਪਰਮੇਸ਼ਰ ਵਿੱਚ ਆ, ਹੋਰ ਨਹੀਂ ਕਿਸੇ ਵਿੱਚ ਪਾਇਆ ਜਾਂਦਾ, ਦੇਹਾਂ 'ਚ ਨਹੀਂ ਪਾਇਆ ਜਾਂਦਾ। ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜਾ ਧਰਮ ਹੈ ਨਾ ਪਰਮੇਸ਼ਰ ਦਾ ਸਤ ਚਿੱਤ ਆਨੰਦ ਸਰੂਪ, ਇਹ ਵੀ ਅਮੋਲਕ ਹੈ। ਤੇ ਉਸ ਦੀ ਦੀਵਾਨ ਸਭਾ, ਦੀਵਾਨ ਦਾ ਅਰਥ ਹੈ ਸਭਾ। ਸਭਾ ਕਿਹੜੀ ਹੈ? ਸਤ ਸੰਗਤ। ਸਤ ਸੰਗਤ ਰੂਪੀ ਉਹਦੀ ਸਭਾ ਜਿਹੜੀ ਹੈ ਨਾ, ਉਹ ਵੀ ਅਮੋਲਕ ਹੈ। ਦੀਵਾਨ ਕਹਿੰਦੇ ਆਸਰੇ ਨੂੰ, ਪਰਮੇਸ਼ਰ ਦਾ ਆਸਰਾ ਵੀ ਅਮੋਲਕ ਹੈ। ਅਮੁੱਲ ਤੁਲ ਅਮੁੱਲ ਪ੍ਰਵਾਨ, ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਅਮੋਲਕ ਹੀ ਉਸ ਦਾ ਤੁਲ ਵਿਚਾਰ ਰੂਪੀ ਵੱਟਾ ਹੈ। ਸਿਰ ਦੇ ਵੱਟੇ ਪਰਮੇਸ਼ਰ ਮਿਲਦਾ ਹੈ। ਜਿਵੇਂ ਭਾਈ ਮਨੀ ਸਿੰਘ ਸਾਹਿਬ ਨੇ ਕਿਹਾ ਨਾ, ਤਨ ਗੰਦਗੀ ਕੀ ਕੋਠੜੀ ਹਰ ਹੀਰਿਆਂ ਕੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੈ ਤਾਂ ਵੀ ਸਸਤਾ ਜਾਣ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਵਿਚਾਰ ਰੂਪੀ ਵੱਟਾ ਹੈ ਨਾ, ਇਹ ਵੀ ਅਮੋਲਕ ਹੈ। ਪੰਜਾਂ ਪਿਆਰਿਆਂ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਦੋਂ ਸਤਿਗੁਰੂ ਜੀ ਨੇ ਹੁਣ ਵਿਸਾਖ ਦਾ ਜਿਹੜਾ ਮਹੀਨਾ ਆਉਣਾ ਤੇ ਵਿਸਾਖੀ ਦਾ ਪੁਰਬ ਆਉਣ ਵਾਲਾ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਤੱਕੜੀ ਤੇ ਤੋਲਿਆ ਸੀਗਾ ਤੇ ਸਾਰੀ ਸਿੱਖੀ ਵਿੱਚੋਂ 5 ਨਿਕਲੇ ਸੀ।
ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਧੰਨ ਗੁਰੂ ਨਾਨਕ ਸਾਹਿਬ ਨੇ ਤੋਲਿਆ ਸੀਗਾ ਤੇ ਉਦੋਂ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨਿਕਲੇ ਸੀਗੇ। 24,000 ਸਿੱਖਾਂ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਨੇ ਜਦੋਂ ਪਰਖ ਕੀਤੀ ਹੈ, ਜਨਮ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ, ਤੇ ਉਦੋਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਵਾਨ ਚੜੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉੱਠ ਕੇ ਗਰੀਬ ਨਵਾਜ਼ ਜੀ ਨੇ ਸੀਸ ਮੰਗਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਫਿਰ ਵਾਰੀ-ਵਾਰੀ ਕਰਕੇ 5 ਸਿੱਖਾਂ ਨੇ ਮਹਾਰਾਜ ਨੂੰ ਸੀਸ ਭੇਟ ਕੀਤੇ ਸੀ। ਤੇ ਸਤਿਗੁਰੂ ਜੀ ਦੇ ਉਸ ਜਿਹੜੀ ਹੈ ਵਿਚਾਰ ਰੂਪੀ ਤੁਲਾ ਦੇ ਉੱਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਦੇ ਅੰਦਰ ਉਹ ਫਿਰ ਪ੍ਰਵਾਨ ਚੜ ਗਏ। ਮਹਾਰਾਜ ਜੀ ਨੇ ਆਖਿਆ ਅਮੁੱਲ ਪ੍ਰਵਾਨਿਕ ਹੋਣਾ, ਬਰਾਬਰ ਦੇ ਭਾਵ ਹਾੜੇ ਚੜ ਜਾਣਾ, ਭਾਵ ਬਰਾਬਰ ਹੋ ਜਾਣਾ। ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜਾ ਸਿੱਖਾਂ ਨੂੰ ਹਉਮੈ ਛੱਡ ਕੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਕਮਾਉਣਾ ਹੈ, ਇਹ ਅਮੋਲਕ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ਼ ਨੇ ਏਡੀ ਰਹਿਮਤ ਕੀਤੀ, ਆਪਣੇ ਸਰੂਪ ਦੀ ਸਾਖਿਆਤਤਾ ਦਿੱਤੀ। ਉਹ ਜਿਹੜੀ ਸਾਖਿਆਤਤਾ ਉਹ ਅਮੋਲਕ ਹੈ, ਪ੍ਰਵਾਨ ਚੜ ਜਾਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਹੀ ਸਦਰਸ਼ ਕਰ ਲਿਆ। ਆਪਣੇ ਸਦਰਸ਼ ਕਰਦਿਆਂ ਹੀ ਵਾਕ ਕਹੇ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਖਾਲਸਾ ਮੇਰਾ ਖਾਸ ਰੂਪ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜਾ ਤੁਲਾ ਹੈ ਨਾ, ਤੋਲਣਾ, ਸਿੱਖੀ ਦੀ ਪਰਖ ਕਰਨੀ, ਇਹ ਵੀ ਅਮੋਲਕ ਹੀ ਹੈ। ਤੇ ਫਿਰ ਉਸ ਪਰਖ ਦੇ ਵਿੱਚੋਂ ਪਾਸ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਸਿੱਖ ਦੀ ਪਰਖ ਇਸ ਕਰਕੇ ਨਹੀਂ ਕਰਦੇ ਕਿ ਸਿੱਖ ਨੂੰ ਮਹਾਰਾਜ ਸਾਹਿਬ ਜੀ ਜਿਹੜਾ ਹੈ ਡਲਾਉਣਾ ਚਾਹੁੰਦੇ ਆ ਜਾਂ ਉਹਨੂੰ ਹਰਾਉਣਾ ਚਾਹੁੰਦੇ ਆ। ਨਹੀਂ, ਜਿਵੇਂ ਜੌਹਰੀ ਹੁੰਦਾ ਨਾ ਜਿਹੜਾ ਸੁਨਿਆਰਾ, ਉਹ ਸੋਨੇ ਦੀ ਮੈਲ ਕੱਢ ਕੇ ਤੇ ਪਰਖ ਕੇ ਉਹਨੂੰ ਖਰਾ ਕਰਕੇ ਫਿਰ ਆਪਣੇ ਖਜ਼ਾਨੇ 'ਚ ਪਾਉਣ ਦੀ ਇੱਛਾ ਨਾਲ ਤਾ ਦਿੰਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਤੋਲਦੇ ਆ ਨਾ, ਤੇ ਮਿਹਰ ਕਰਕੇ ਸਾਡੇ ਅੰਦਰੋਂ ਔਗਣਾਂ ਦੀ ਸਾਰੀ ਮੈਲ ਕੱਢ ਕੇ ਖਰੇ ਕਰਕੇ ਸੱਚੇ ਪਾਤਸ਼ਾਹ ਆਪਣੇ ਸਦਾ ਲਈ ਅਭੇਦ ਨਿਸ਼ਚੇ ਰੂਪੀ ਕੰਠ ਨਾਲ ਲਾਉਣ ਰੂਪੀ ਖਜ਼ਾਨੇ 'ਚ ਮਹਾਰਾਜ ਪਾਉਂਦੇ ਆ ਸੱਚੇ ਪਾਤਸ਼ਾਹ ਜੀ। ਇਸ ਕਰਕੇ ਸਤਿਗੁਰੂ ਜੀ ਦੇ ਸਰੂਪ ਵਿੱਚ ਅਭੇਦ ਹੋਣਾ, ਜਿਹੜਾ ਪ੍ਰਵਾਨ ਚੜ ਜਾਣਾ, ਇਹ ਵੀ ਅਮੋਲਕ ਹੈ। ਜਿਹੜਾ ਸ਼ਾਸਤਰਾਂ ਪ੍ਰਮਾਣ ਦੁਆਰਾ ਜਿਹੜਾ ਉਸ ਦਾ ਕਥਨ ਕਰਨਾ ਹੈ, ਭੇਦ ਦੀਆਂ ਬਾਧਕ ਜੁਗਤੀਆਂ ਦੀਆਂ ਤੇ ਜਿਹੜੀਆਂ ਅਭੇਦ ਦੀਆਂ ਸਾਧਕ ਜੁਗਤੀਆਂ ਦੁਆਰਾ ਇਹ ਪਰਮੇਸ਼ਰ ਦਾ ਜਿਹੜਾ ਕਥਨ ਕਰਨਾ ਨਾ, ਜੀਵਾਂ ਨੂੰ ਤੋਲਣ ਰੂਪ ਪਰਖਣ ਰੂਪ ਵੱਟਾ ਜਿਹੜਾ ਨਾ, ਇਹ ਵੀ ਅਮੋਲਕ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਹ ਪਰਮੇਸ਼ਰ ਦਾ ਜਿਹੜਾ ਤੁਲ ਵਿਚਾਰ ਜਿਹੜਾ ਰੂਪੀ ਵੱਟਾ ਹੈ ਨਾ, ਉਹ ਅਮੋਲਕ ਹੈ। ਤੇ ਅਮੋਲਕ ਹੀ ਹੈ। ਮਹਾਰਾਜ ਕਹਿੰਦੇ ਭਾਈ ਜਦੋਂ ਮਹਾਰਾਜ ਤੋਲ ਕੇ ਪ੍ਰਮਾਣ ਕਰ ਲੈਂਦੇ ਆ, ਭਾਵ ਆਪਣੇ ਖਜ਼ਾਨੇ 'ਚ ਪਾ ਲੈਂਦੇ ਆ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ। ਪਰਮੇਸ਼ਰ ਨੇ ਬ੍ਰਹਮ ਵਿਦਿਆ ਦੀ ਜੋ ਬਖਸ਼ਿਸ਼ ਕਰਨੀ ਹੈ, ਇਹ ਵੀ ਅਮੋਲਕ ਹੈ। ਬਖਸ਼ਿਸ਼ ਜਿਹੜੀ ਹੈ ਨਾ ਵਾਹਿਗੁਰੂ ਦੀ, ਸਭ ਤੋਂ ਵੱਡੀ ਬਖਸ਼ਿਸ਼ ਹੈ ਜਿਹਨੂੰ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਤੇ ਬ੍ਰਹਮ ਗਿਆਨ ਦੀ ਦਾਤ ਕਿੱਡੀ ਵੱਡੀ ਅਮੋਲਕ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਨਾ ਕਿ ਨਾਮ ਸਭ ਤੋਂ ਜ਼ਿਆਦਾ ਦੁਰਲੱਭ ਹੈ। ਦੁਰਲੱਭੰ ਏਕ ਭਗਵਾਨ ਨਾਮ ਹੈ। ਮਹਾਰਾਜ ਕਹਿੰਦੇ ਭਾਈ ਜੇ ਦੁਰਲੱਭ ਹੈ ਕੁਛ ਤੇ ਉਹ ਮੇਰੇ ਵਾਹਿਗੁਰੂ ਦਾ ਨਾਮ ਹੈ। ਬ੍ਰਹਮ ਗਿਆਨ ਜਿਹੜਾ ਪ੍ਰਾਪਤ ਹੋ ਜਾਣਾ, ਇਹ ਬਖਸ਼ਿਸ਼ ਅਮੋਲਕ ਹੈ। ਅਮੁੱਲ ਨਿਸ਼ਾਨ ਅਤੇ ਨਿਸ਼ਾਨ ਲੇਖ, ਮੱਥੇ ਦਾ ਲੇਖ ਵੀ ਅਮੋਲਕ ਹੈ। ਜਿਸ ਕਰਕੇ ਸਤਿਗੁਰਾਂ ਦੀ ਨਿਸ਼ਕਾਮ ਸੇਵਾ ਦੇ ਵਿੱਚ ਲੱਗ ਜਾਈਦਾ ਹੈ। ਸੱਚੇ ਪਾਤਸ਼ਾਹ ਨੇ ਕਿਹਾ ਨਾ, ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਜਿਸ ਕੈ ਮਸਤਕ ਭਾਗ ਸੇ ਸੇਵਾ ਲਾਇਆ। ਇਹ ਵੀ ਬਚਨ ਮਹਾਰਾਜ ਨੇ ਕਿਹਾ। ਅਮੋਲਕ ਹੀ ਆ ਉਹ ਲੇਖ ਜਿਹੜਾ ਮੱਥੇ ਤੇ ਪਿਆ ਕਿ ਜਾ ਭਾਈ ਇੰਨੀ ਉਮਰ ਵਿੱਚ ਤੈਨੂੰ ਜਾ ਕੇ ਸਤਸੰਗਤ ਮਿਲ ਜੇਗੀ, ਪੂਰੇ ਗੁਰੂ ਜੀ ਦਾ ਦਰਸ਼ਨ ਹੋ ਜਾਏਗਾ। ਤੇ ਉਹ ਨਿਸ਼ਾਨ ਪਿਆ ਹੋਇਆ ਲੇਖ ਜਦੋਂ ਭਾਗ ਜਾਗਦੇ ਉਦੋਂ ਕੰਧਾਂ ਵੀ ਉਪਦੇਸ਼ ਦਿੰਦੀਆਂ ਜੀ। ਫਿਰ ਵਾਹਿਗੁਰੂ ਦੇ ਚਰਨਾਂ ਵਿੱਚ ਲੱਗ ਜਾਂਦੇ ਆ, ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣਦੇ ਆ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਮਨ, ਬੁੱਧ, ਇੰਦਰੀਆਂ ਤੇ ਪ੍ਰਾਣਾ ਆਦਿਕ ਦੀ ਬਖਸ਼ਿਸ਼ ਵੀ ਜਿਹੜੀ ਹੈ ਨਾ, ਇਹ ਅਮੋਲਕ ਹੈ। ਜੋ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕਰਕੇ ਮਨ ਦਿੱਤਾ ਹੈ, ਬੁੱਧ ਦਿੱਤੀ ਹੈ, ਇੰਦਰੀਆਂ ਦਿੱਤੀਆਂ, ਪ੍ਰਾਣ ਦਿੱਤੇ ਹੈ, ਇਹ ਸਾਰੀਆਂ ਬਖਸ਼ਿਸ਼ਾਂ ਅਮੋਲਕ ਹੈ। ਕੋਈ ਡਾਕਟਰ ਪ੍ਰਾਣ ਨਹੀਂ ਪਾ ਸਕਦਾ। ਫਿਰ ਇਸ ਪ੍ਰਕਾਰ ਕੋਈ ਬੁੱਧੀ ਤੇ ਅਕਲ ਜਿਹੜੀ ਹੈ, ਉਹ ਧੁਰੋਂ ਜਿਹੜੀ ਵਾਹਿਗੁਰੂ ਨੇ ਦਿੱਤੀ ਹੈ, ਉਹਦੇ ਅੰਦਰ ਜਿਵੇਂ ਜੇ ਕੋਈ ਬੇਸਮਝੀ ਹੋਵੇ
ਤੇ ਉਹਨੂੰ ਕੋਈ ਕੀ ਅਕਲ ਦੇ ਸਕਦਾ ਹੈ। ਜਿਹੜੀ ਹੈ ਉਹ ਗ੍ਰੰਥਾਂ 'ਚ ਜ਼ਿਕਰ ਆਉਂਦਾ ਹੈ ਕਿ ਜੇ ਕੋਈ ਸ਼ਕਲ ਤੋਂ ਹੀ ਹੀਣਾ ਤੇ ਜਾਂ ਅੱਖਾਂ ਤੋਂ ਅੰਨਾ ਤੇ ਉਹਨੂੰ ਸ਼ੀਸ਼ਾ ਕੀ ਕਰ ਸਕਦਾ ਹੈ। ਸ਼ੀਸ਼ਾ ਤੇ ਤਾਂ ਹੀ ਦਿਸੇ ਜੇ ਅੱਖਾਂ ਹੈਗੀਆਂ ਤੇ, ਜੇ ਅੱਖਾਂ ਹੀ ਨਹੀਂ ਹੈਗੀਆਂ ਤੇ ਸ਼ੀਸ਼ਾ ਕੀ ਦਿਸਣਾ। ਇਸ ਕਰਕੇ ਜਿਹੜਾ ਅੱਖਾਂ ਤੋਂ ਅੰਨਾ ਹੈ ਉਹਨੂੰ ਸ਼ੀਸ਼ੇ ਵਿੱਚ ਦਿਖਾਈ ਨਹੀਂ ਦਿੰਦਾ। ਜੇ ਪਰਮੇਸ਼ਰ ਬੁੱਧ ਹੀ ਨਾ ਪਾਵੇ ਤੇ ਪੜ੍ਹ ਕੀ ਲੈਣਾ, ਕੀ ਵਿਦਿਆ ਪੜ੍ਹ ਲੈਣੀ, ਕੀ ਗਿਆਨ ਪੜ੍ਹ ਲੈਣਾ। ਇਸ ਕਰਕੇ ਜਿਹੜੀ ਬੁੱਧੀ ਦੀ ਦਾਤ ਹੈ ਨਾ ਦਿੱਤੀ ਅੰਦਰ, ਅਮੋਲਕ ਹੈ, ਇਹਦਾ ਮੁੱਲ ਨਹੀਂ ਤਾਰਿਆ ਜਾ ਸਕਦਾ। ਜੋ ਮਨ ਦੇ ਅੰਦਰ ਭਾਵ ਬਣਦਾ, ਉਪਦੇਸ਼ ਪਾ ਕੇ ਪਰਮੇਸ਼ਰ ਦਾ ਸਰੂਪ ਹੋ ਜਾਂਦਾ, ਆਪਣੇ ਮੂਲ ਨੂੰ ਪਛਾਣ ਲੈਂਦਾ। ਅਮੋਲਕ ਹਨ ਇਹ ਦਾਤਾਂ। ਇੰਦਰੀਆਂ ਨੇ, ਇਹ ਵੀ ਅਮੋਲਕ ਹੀ ਹੈ। ਭਾਵੇਂ ਅੱਜ ਦਾ ਸਮਾਂ ਕਹਿੰਦੇ ਬੜਾ ਤਰੱਕੀ ਕਰ ਗਿਆ, ਪਰ ਫਿਰ ਵੀ ਜਿਹੋ ਜੀਆਂ ਇੰਦਰੀਆਂ ਵਾਹਿਗੁਰੂ ਜੀ ਨੇ ਲਾਈਆਂ ਤੇ ਸਿਰ ਕੱਟਿਆ ਤਾਂ ਨਹੀਂ ਜੋੜ ਸਕਦੇ। ਫਿਰ ਅੱਖਾਂ ਜਿਹੜੀਆਂ ਹਨ ਜੋ ਮਹਾਰਾਜ ਨੇ ਲਾਈਆਂ ਉਹੋ ਜੀਆਂ ਨਹੀਂ ਬਣਦੀਆਂ। ਹੱਥ ਪੈਰ ਅੰਗ ਪੈਰ ਜਿੰਨੇ ਵੀ ਵਾਹਿਗੁਰੂ ਜੀ ਨੇ ਲਾਏ ਆ, ਸਾਰੀ ਉਹਦੀ ਬਖਸ਼ਿਸ਼ ਅਮੋਲਕ ਵੈ। ਉਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ। ਤੇ ਵਾਹਿਗੁਰੂ ਜੀ ਦਾ ਜਿਹੜਾ ਲੇਖ ਪਾਇਆ ਹੋਇਆ ਮਸਤਕ ਦੇ ਉੱਤੇ, ਇਹ ਵੀ ਸੱਚੇ ਪਾਤਸ਼ਾਹ ਕਹਿੰਦੇ ਅਮੋਲਕ ਵੈ। ਨਿਸ਼ਾਨ ਲੱਖ ਸਰੂਪ ਦਾ ਪ੍ਰਗਟ ਹੋਣਾ, ਭਾਵ ਵਾਹਿਗੁਰੂ ਜੀ ਦਾ ਨਾਮ ਜਿਹੜਾ ਨਾ ਨਿਸ਼ਾਨ ਰੂਪ ਵਿੱਚ, ਆਇਡੈਂਟੀ ਰੂਪ ਵਿੱਚ, ਪਹਿਚਾਨ ਰੂਪ ਵਿੱਚ, ਕਿਉਂਕਿ ਲੋਕ ਪਰਲੋਕ ਅੰਦਰ ਇਹੀ ਨਿਸ਼ਾਨ ਹੈ। ਜਿੱਥੇ ਲੇਖਾ ਮੰਗੀਆ ਤਿੱਥੈ ਹੋਏ ਸੱਚਾ ਨਿਸ਼ਾਨ। ਜਿੱਥੇ ਵਾਹਿਗੁਰੂ ਜੀ ਦੀ ਦਰਗਾਹ ਵਿੱਚ ਲੇਖਾ ਮੰਗਿਆ ਜਾਂਦਾ, ਉੱਥੇ ਸੱਚੇ ਨਾਮ ਦਾ ਨਿਸ਼ਾਨ ਜਿਹੜਾ ਨਾ ਪ੍ਰਮਾਣ ਪੱਤਰ, ਉਹ ਵੀ ਅਮੋਲਕ ਹੀ ਹੈ। ਜਿਵੇਂ ਸਾਡੇ ਕੋਲ ਕੋਈ ਸਰਕਾਰੀ ਜਦੋਂ ਦਸਤਾਵੇਜ਼ ਹੁੰਦਾ ਤੇ ਉਹਨੂੰ ਅਹਿਮ ਦਸਤਾਵੇਜ਼ ਨੂੰ ਕੋਈ ਨਹੀਂ ਰੋਕ ਸਕਦਾ। ਸਭ ਥਾਵਾਂ ਤੇ ਉਹਨੂੰ ਜਿਹੜੀਆਂ ਰੋਕਾਂ ਹਟ ਜਾਂਦੀਆਂ। ਜਿਹਦੇ ਕੋਲ ਨਾਮ ਦਾ ਪ੍ਰਮਾਣ ਪੱਤਰ ਹੁੰਦਾ ਨਾ, ਅਮੋਲਕ ਹੈ ਇਹ ਨਿਸ਼ਾਨ। ਨਾਮ ਦਾ ਨਿਸ਼ਾਨ ਮਸਤਕ ਤੇ ਪਿਆ ਹੁੰਦਾ। ਤੇ ਇਹ ਫਿਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਲੇਖਾ ਮੰਗਿਆ ਜਾਂਦਾ ਉੱਥੇ ਛੁਟਕਾਰਾ ਤਾਂ ਹੁੰਦਾ ਜੇ ਸੱਚੇ ਨਾਮ ਦਾ ਨਿਸ਼ਾਨ ਹੋਵੇ। ਸਭ ਰੋਕਾਂ ਉਹਨਾਂ ਦੇ ਅੱਗੋਂ ਖੁੱਲ ਜਾਂਦੀਆਂ। ਕੋਈ ਜਮਾਂ ਦੀ ਰੋਕ ਨਹੀਂ ਪੈਂਦੀ, ਕੋਈ ਔਗਣਾਂ ਦੀ ਪਾਪਾਂ ਦੀ ਰੋਕ ਨਹੀਂ ਪੈਂਦੀ। ਸਿੱਧੇ ਉਹ ਤਾਂ ਪਰਮੇਸ਼ਰ ਦੀ ਜਿਹੜੀ ਆ ਉਹ ਦਰਗਾਹ ਵਿੱਚ ਜਾਂਦੇ ਆ। ਇਉਂ ਸਤਿਗੁਰੂ ਜੀ ਕਹਿੰਦੇ ਅਮੁੱਲ ਕਰਮ ਪਰਮੇਸ਼ਰ ਦੇ ਦੀਆਂ ਜਿਹੜੀਆਂ ਬਖਸ਼ਾਂ ਹਨ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰਮ ਬਖਸ਼ਿਸ਼ ਨੂੰ ਵੀ ਕਹਿੰਦੇ ਆ। ਤੇ ਕਰਮ ਜਿਹੜਾ ਹੈ, ਕਰਮਾਂ ਨੂੰ ਵੀ ਕਿਹਾ ਜਾਂਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਅਮੋਲਕ ਹਨ। ਉਹਦੀ ਕਿਰਪਾ ਕੀਤੀ ਹੋਈ, ਉਹਦੀ ਬਖਸ਼ਿਸ਼ ਕੀਤੀ ਹੋਈ ਅਮੋਲਕ ਵੈ। ਤੇ ਜਿਹੜੇ ਲਿਖੇ ਹੋਏ ਲੇਖ ਹਨ ਉਹ ਵੀ ਅਮੋਲਕ ਹਨ। ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਬਹੁਤਾ ਕਰਮ ਲਿਖਿਆ ਨਾ ਜਾਏ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦੀ ਜਿਹੜੀ ਕਰਮ ਬਖਸ਼ਿਸ਼ ਹੈ ਨਾ ਬਹੁਤੀ, ਉਹ ਲਿਖੀ ਨਹੀਂ ਜਾ ਸਕਦੀ। ਅਥਵਾ ਜਿਹੜੇ ਲੇਖ ਵਾਹਿਗੁਰੂ ਨੇ ਪਾ ਦਿੱਤੇ ਆ ਉਹਨਾਂ ਨੂੰ ਕੋਈ ਮੇਟ ਨਹੀਂ ਸਕਦਾ। ਮੇਟ ਸਕਦੇ ਆ ਤੇ ਕੇਵਲ ਗੁਰੂ ਸਾਹਿਬ ਹੀ। ਉਹ ਵੀ ਮਹਾਰਾਜ ਸਾਹਿਬ ਜੀ ਕਰਦੇ ਆ ਕਿ ਸੂਲੀ ਤੋਂ ਸੂਲ ਕਰ ਦਿੰਦੇ ਮਹਾਰਾਜ। ਵੱਡੇ ਦੁੱਖ ਤੋਂ ਛੋਟਾ ਦੁੱਖ ਕਰਕੇ ਮਹਾਰਾਜ ਭੁਗਾ ਕੇ ਉਹਨੂੰ ਤੇ ਖਤਮ ਕਰ ਦਿੰਦੇ। ਸੱਚੇ ਪਾਤਸ਼ਾਹ ਉਹ ਬਖਸ਼ਿਸ਼ ਕਰਦੇ ਆ। ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਕਰਨੀ ਵੀ ਜਿਹੜੀ ਆ ਨਾ ਬੜੀ ਅਮੋਲਕ ਵਾ। ਅਮੁੱਲ ਫਰਮਾਨ ਪਰਮੇਸ਼ਰ ਦਾ ਗੁਰਬਾਣੀ ਰੂਪ ਫਰਮਾਨ ਵੀ ਮਹਾਰਾਜ ਕਹਿੰਦੇ ਅਮੋਲਕ ਹੈ। ਫਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਦ ਵਿਚਾਰ। ਜੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਪਰਮੇਸ਼ਰ ਦਾ ਜਿਹੜਾ ਫਰਮਾਨ ਹੈ ਨਾ, ਹੁਕਮ, ਇਹ ਵੀ ਮਹਾਰਾਜ ਕਹਿੰਦੇ ਅਮੋਲਕ ਹੈ। ਇਹ ਜੋ ਆਪਨੇ ਅਮੋਲਕ ਵਸਤੂਆਂ ਮਹਾਰਾਜ ਜੀ ਨੂੰ ਕਹਿੰਦੇ ਕਈਆਂ ਨੇ ਇਹਨਾਂ ਨੂੰ ਇੱਕ ਪਾਸੇ ਪਾ ਦਈਏ ਫਿਰ ਤਾਂ ਉਸ ਪਰਮੇਸ਼ਰ ਦਾ ਕਥਨ ਹੋ ਜਾਊ। ਤਾਂ ਸਤਿਗੁਰੂ ਜੀ ਕਹਿੰਦੇ ਅਮੁੱਲੋ ਅਮੁੱਲ ਆਖਿਆ ਨਾ ਜਾਏ। ਜਿੰਨੀਆਂ ਮਹਾਰਾਜ ਕਹਿੰਦੇ ਭਾਈ ਅਸੀਂ ਅਮੋਲਕ ਚੀਜ਼ਾਂ ਗਿਣੀਆਂ ਹਨ ਨਾ, ਅਮੋਲਕ ਵਸਤੂਆਂ ਕਰਕੇ ਵੀ ਵਾਹਿਗੁਰੂ ਆਖਿਆ ਨਹੀਂ ਜਾਂਦਾ। ਇਹਨਾਂ ਸਾਰੀਆਂ ਅਮੋਲਕ ਵਸਤੂਆਂ ਤੋਂ ਵੀ ਅਮੋਲਕ ਹੈ, ਕਿਹਾ ਨਹੀਂ ਜਾਂਦਾ ਵਾਹਿਗੁਰੂ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਜੇ ਕਹੀਏ ਕਿ ਮਹਾਰਾਜ ਬੜੀਆਂ ਅਮੋਲਕ ਦਾਤਾਂ ਨੇ ਆਪਦੀਆਂ ਤੇ ਅਮੋਲਕ ਕਰਕੇ ਭਾਵ ਦੀ ਮੁੱਲ ਤੋਂ ਰਹਿਤ ਕਰਕੇ ਪਰਮੇਸ਼ਰ ਨੂੰ ਕਥਨ ਕਰੀਏ ਤੇ ਤਾਂ ਵੀ ਮਹਾਰਾਜ ਕਹਿੰਦੇ ਭਾਈ ਉਹਨੂੰ ਆਖਿਆ ਨਹੀਂ ਜਾ ਸਕਦਾ। ਕਥਨ ਨਹੀਂ, ਉਹਦੇ ਸਰੂਪ ਨੂੰ ਸਮਗਰ ਕਥਨ ਨਹੀਂ ਕੀਤਾ ਜਾ ਸਕਦਾ। ਆਖ ਆਖ ਰਹੇ ਲਿਵਲਾਏ। ਬੇਅੰਤ ਲੋਕਾਂ ਦੀ ਪਰਮੇਸ਼ਰ ਨੂੰ ਆਖ ਆਖ ਕੇ ਭਾਵ ਮੁੱਖ ਕਰਕੇ ਆਖਦੇ ਆ, ਅਖਾਣਾਂ ਦੁਆਰਾ ਆਖਦੇ ਆ
ਤੇ ਜਿਹੜੇ ਆਖਦੇ ਆ ਨਾ ਪਰਮੇਸ਼ਰ ਨੂੰ, ਉਹਦੇ ਜਸ ਨੂੰ ਆਖਦੇ ਆ ਰਹੇ ਲਿਵ ਲਾਏ, ਉਹਦੇ ਵਿੱਚ ਉਹਨਾਂ ਦੀ ਲਿਵ ਹੀ ਲੱਗਦੀ ਜਾ ਰਹੀ ਹੈ, ਸੁਰਤ ਵਾਹਿਗੁਰੂ ਵਿੱਚ ਉਹਨਾਂ ਦੀ ਜੁੜਦੀ ਜਾ ਰਹੀ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੇ ਅੰਦਰ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਅਭੇਦ ਹੁੰਦੀ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਅਮੋਲਕ ਹੈ ਅਮੋਲਕ ਹੈ, ਇਉਂ ਵੀ ਕਹੀਏ ਜਸ ਕਰੀਏ ਤੇ ਫਿਰ ਕੀ ਪਰਮੇਸ਼ਰ ਦਾ ਅੰਤ ਪਾ ਸਕੀਦਾ? ਮਹਾਰਾਜ ਕਹਿੰਦੇ ਨਹੀਂ ਭਾਈ, ਪਰਮੇਸ਼ਰ ਦਾ ਅੰਤ ਜਿਹੜਾ ਨਾ ਉਹ ਜੀਆਂ ਕੋਲੋਂ ਪਾਇਆ ਨਹੀਂ ਜਾਂਦਾ। ਉਹਨੂੰ, ਉਹਦੇ ਸਰੂਪ ਨੂੰ, ਉਹਦੇ ਗੁਣਾਂ ਨੂੰ, ਉਹਦੀ ਬਖਸ਼ਿਸ਼ ਨੂੰ ਸੰਪੂਰਨ ਤੌਰ ਤੇ ਆਖਿਆ ਨਹੀਂ ਜਾਂਦਾ। ਜਿਹੜੇ ਕੋਈ ਆਖਦੇ ਆ ਵਾਹਿਗੁਰੂ ਦੇ ਗੁਣਾਂ ਨੂੰ ਚੇਤੇ ਕਰਦੇ ਆ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਉਹ ਵਾਹਿਗੁਰੂ ਵਿੱਚ ਹੀ ਲਿਵ ਉਹਨਾਂ ਦੀ ਜਿਹੜੀ ਆ ਉਹ ਲੱਗ ਜਾਂਦੀ ਹੈ। ਸੁਰਤ ਪਰਮੇਸ਼ਰ ਦੇ ਅੰਦਰ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਜੁੜ ਜਾਂਦੀ ਹੈ। ਤੋ ਇੱਥੋਂ ਤੱਕ ਫਿਰ ਆਪਾਂ ਦੂਸਰੇ ਪ੍ਰਕਰਨ ਨਾਲ ਜਿਹੜਾ ਹੈ, ਕਿਉਂਕਿ ਅੱਗੇ ਫਿਰ ਆਪਾਂ ਜਿਹੜਾ ਹੈ ਸ਼ੁਰੂ ਕਰਾਂਗੇ ਤੇ ਫਿਰ ਹੋਰ ਅਰਥ ਜਿਹੜਾ ਹੈ ਉਹ ਸਰਵਣ ਕਰੀਏ। ਅਮੁੱਲ ਗੁਣ, ਜਿਹੜੇ ਮਹਾਪੁਰਸ਼ਾਂ ਦੇ ਅੰਦਰ ਗੁਣ ਹੁੰਦੇ ਆ ਨਾ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਸ਼ਾਂਤੀ, ਧੀਰਜ, ਨਿਮਰਤਾ, ਇਹ ਗੁਣ ਮਹਾਰਾਜ ਕਹਿੰਦੇ ਭਾਈ ਅਮੋਲਕ ਵਾ, ਅਮੁੱਲ ਵਪਾਰ। ਸੰਤ ਜਿਹੜੇ ਮਹਾਪੁਰਸ਼ ਹੈ ਉਹ ਸੰਤੋਖ ਆਦਿਕ ਸ਼ੁਭ ਗੁਣਾਂ ਦਾ ਵਪਾਰ ਕਰਦੇ ਹਨ, ਭਾਵ ਜੋ ਗੁਣ ਜਗਿਆਸੂਆਂ ਨੂੰ ਦਿੰਦੇ ਹਨ। ਸ਼ਰਧਾ, ਸੇਵਾ ਵਟੇ ਉਹਨਾਂ ਨੂੰ ਸੰਤਾਂ ਦਾ ਜਿਹੜਾ ਨਾ ਬਖਸ਼ਿਸ਼ ਕਰਨਾ, ਭਾਵ ਗੁਰੂ ਸਾਹਿਬ ਜੀ ਦੇ ਪਿਆਰ ਲਾ ਦੇਣਾ, ਮਹਾਰਾਜ ਦੀ ਬਾਣੀ ਦਾ ਪਿਆਰ ਲਾ ਦੇਣਾ, ਇਹ ਵੀ ਵਪਾਰ ਅਮੋਲਕ ਵਾ। ਕਿਉਂਕਿ ਸੰਤਨ ਹੱਥ ਰੱਖਤੀ ਕੁੰਜੀ, ਮਹਾਰਾਜ ਨੇ ਸੰਤਾਂ ਦੇ ਹੱਥ ਵਿੱਚ ਇਹ ਨਾਮ ਦੀ ਕੁੰਜੀ ਦੇ ਦਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ। ਫਿਰ ਜਦੋਂ ਇਹ ਵੰਡਦੇ ਆ, ਭਾਈ ਗੁਰਮੁਖ ਸਿੰਘ ਉੜੀਸੇ ਦੀ ਸ਼ਰਧਾ ਵੇਖ ਕੇ, ਉਹਦਾ ਮਨ ਦਾ ਪਿਆਰ ਵੇਖ ਕੇ, ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਬਚਨ ਕਹਿ ਦਿੱਤਾ ਸੀਗਾ, ਅਰਦਾਸ ਕੀਤੀ ਸੀ ਕਿ ਮਹਾਰਾਜ ਜੀ ਇਹ ਸਾਡੇ ਨਾਲ ਭਾਈ ਗੁਰਮੁਖ ਸਿੰਘ ਤੋੜ ਨਿਭਾਉਣਾ ਚਾਹੁੰਦਾ, ਇਹਦੀ ਸ਼ਰਧਾ ਨੂੰ ਭਾਗ ਲਾਇਓ। ਤੇ ਫਿਰ ਕਿੱਡੀ ਵੱਡਾ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਕਿ ਭਾਈ ਗੁਰਮੁਖ ਸਿੰਘ ਜੀ ਮਹਾਂਪੁਰਖਾਂ ਦੇ ਨਾਲ ਹੀ ਸੱਚਖੰਡ ਜਾ ਬਰਾਜੇ। ਤੇ ਇਹ ਜਿਹੜੀ ਦਾਤ ਹੈ ਨਾ ਦੇਣੀ, ਨਾਮ ਦੀ, ਸੇਵਾ ਦੀ, ਪਿਆਰ ਦੀ, ਇਹ ਅਮੋਲਕ ਵਾ। ਅਮੁੱਲ ਵਪਾਰੀਏ, ਸੰਤਾਂ ਦੇ ਜਿਹੜੇ ਵਪਾਰੀਏ ਜਗਿਆਸੂ ਹਨ ਨਾ, ਜਿਹੜੇ ਉਹਨਾਂ ਕੋਲ ਆ ਕੇ ਤਨ ਮਨ ਧਨ ਦੇ ਕਰਕੇ ਆਪਣਾ ਵੇਚ ਕੇ ਤੇ ਨਾਮ ਲੈਂਦੇ ਆ, ਉਹ ਜਗਿਆਸੂ ਵੀ ਅਮੋਲਕ ਵਾ। ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਮਹਾਂਪੁਰਖਾਂ ਨਾਲ ਹੀ ਉਹਨਾਂ ਦਾ ਲੈਣ ਦੇਣ ਤੇ ਉਹਨਾਂ ਨਾਲ ਹੀ ਵਪਾਰ ਹੈ। ਅਮੁੱਲ ਭੰਡਾਰ, ਉਹਨਾਂ ਸੰਤਾਂ ਦਾ ਜਗਿਆਸੂਆਂ ਦਾ ਹਿਰਦਾ ਰੂਪੀ ਭੰਡਾਰ ਵੀ, ਜਿਹਦੇ ਵਿੱਚ ਸ਼ਰਧਾ ਆਦਿ ਗੁਣ ਸਹਿਤ ਹਨ, ਉਹ ਅਮੋਲਕ ਹੀ ਆ, ਉਹ ਭੰਡਾਰਾ। ਕਿਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਸੰਤਾਂ ਦਾ ਜਿਹੜਾ ਹਿਰਦਾ ਨਾ ਅੰਤःਕਰਨ ਮਲ ਵਿਖੇਪ ਆਦਿਕ ਦੋਸ਼ਾਂ ਤੋਂ, ਅਵਰਨ ਆਦਿਕਾਂ ਤੋਂ ਰਹਿਤ ਹੁੰਦਾ ਹੈ। ਵਾਹਿਗੁਰੂ ਦੇ ਗਿਆਨ ਦੇ ਸਮੇਤ ਉਹਨਾਂ ਦੀ ਲਿਵ ਲੱਗੀ ਰਹਿੰਦੀ ਹੈ। ਉਹ ਉਹਨਾਂ ਦਾ ਹਿਰਦਾ ਅੰਤःਕਰਨ ਰੂਪੀ ਭੰਡਾਰ ਜਿਹੜਾ ਨਾ ਅਮੋਲਕ ਹੈ। ਅਮੁੱਲ ਆਵਹਿ, ਅਮੋਲਕ ਹੀ ਉਹਨਾਂ ਸੰਤਾਂ ਪਾਸ ਜਗਿਆਸੂਆਂ ਦਾ ਆਉਣਾ ਹੈ। ਕਿਉਂਕਿ ਉੱਥੇ ਤਾਂ ਉਹੀ ਆਉਂਦਾ ਜਿਹਨੇ ਸੱਚ ਖਰੀਦਣਾ ਹੈ, ਉਹਦਾ ਆਉਣਾ ਵੀ ਜਗਿਆਸੂ ਦਾ ਅਮੋਲਕ ਹੈ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰ ਅਨਹਾਰ, ਉਹ ਉਧਰ ਜਾਂਦੇ ਸੰਸਾਰ ਤੋਂ ਜਿਹੜੇ ਮਹਾਂਪੁਰਸ਼ਾਂ ਦੀ ਸਤ ਸੰਗਤ ਦੀ ਸ਼ਰਨ ਪੈਂਦੇ ਆ। ਅਮੁੱਲ ਲੈ ਜਾਹੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਦਾਤਾਂ ਅਮੋਲਕ ਹਨ, ਉਪਦੇਸ਼ ਰੂਪ ਰਤਨ ਲੈ ਕਰਕੇ ਉਹ ਜਾਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਆ। ਕਿੱਥੇ ਕੁਛ ਨਹੀਂ ਪਤਾ ਹੁੰਦਾ, ਸਾਰਾ ਹੀ ਗਿਆਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਅਮੁੱਲ ਭਾਏ, ਜਗਿਆਸੂਆਂ ਦਾ ਸੰਤਾਂ ਨਾਲ ਜੋ ਭਾਏ ਪ੍ਰੇਮ ਹੈ, ਇਹ ਵੀ ਅਮੋਲਕ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਨਾਲ ਜਿਹੜਾ ਹੈ ਨਾ ਪਿਆਰ ਨਿਭਾਉਣ ਵਾਲੇ ਗੁਰਸਿੱਖਾਂ ਦੀਆਂ ਵੀ ਜਿਹੜੀਆਂ ਨਾ, ਉਹ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਹੜੀਆਂ ਅੰਦਰ ਦੀ ਇਹ ਪਿਆਰ ਦੀ ਬਾਤ ਹੈ, ਇਹ ਅਮੋਲਕ ਹੈ। ਪਿਆਰ ਦੀ ਬਾਤ ਉਹਨਾਂ ਦੇ ਅੰਦਰ ਜਿਹੜਾ ਪਿਆਰ ਸੱਚੇ ਪਾਤਸ਼ਾਹ ਜੀ ਮਹਾਰਾਜ ਲਾ ਦਿੰਦੇ ਆ। ਜਿਵੇਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਮਾਨ ਸਿੰਘ ਨੂੰ ਕਿੱਡੀ ਇਹ ਦਾਤ ਦਿੱਤੀ। ਮਹਾਰਾਜ ਸਾਹਿਬ ਜੀ ਨੇ ਜਿਹੜਾ ਸੀ ਭਾਈ ਮਾਨ ਸਿੰਘ ਜੀ ਦਾ ਸੀਸ ਆਪਣੇ ਪੱਟ ਤੇ ਰੱਖ ਕੇ ਮਹਾਰਾਜ ਆਖਿਆ ਸੀ, ਭਾਈ ਮਾਨ ਸਿੰਘ ਮੰਗ ਤਰਲੋਕੀ ਦਾ ਰਾਜ ਚਾਹੀਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਂਦੇ ਆ ਤੇ ਫਿਰ ਭਾਈ ਮਾਨ ਸਿੰਘ ਜੀ ਨੇ ਆਖਿਆ ਨਹੀਂ ਮਹਾਰਾਜ ਮੈਨੂੰ ਤਰਲੋਕੀ ਦਾ ਰਾਜ ਨਹੀਂ ਚਾਹੀਦਾ, ਕਿਰਪਾ ਕਰੋ ਬਦਾਵਾ ਪਾੜ ਦਿਓ। ਮਹਾਰਾਜ ਕਹਿੰਦੇ ਉਹ ਤੇ ਰਾਜਨੀਤਿਕ ਲੋਕਾਂ ਨੇ ਦਿੱਤਾ, ਤੈਨੂੰ ਕੀ, ਤੂੰ ਆਪਣੇ ਵਾਸਤੇ ਮੰਗ।
क्या नहीं महाराज किरपा करके बदावा पाड़ दिओ। सच्चे पातशाह महाराज ने भाई मान सिंह दे प्यार विच बझिया सतगुरु जी ने बदावा पाड़ दिता सी ते माझे दी टुੱਟੀ गंढ लई सी महाराज ने। अमोलक ही ਉਹ प्यार ਜਿਹੜਾ सतगुरु जी अपने सिखां नाल करदे आ ते सिख महाराज नाल करदे आ। अमुला समाहे संतां दे करके ही महापुरखां दी संगत करके ही जो परमेश्वर विच लीन होण दी दात है ना सत संगत विचों प्राप्त हुंदी है भी अमुल है। सतगुरु जी ने कहा संत सहाई राम के कर कृपा दिया मिलाए। फिर महाराज कहते संत सहाई प्रेम के हौ तिनका लागा पाए। महापुरुष ਜਿਹੜੇ ਜੀਵਨ ਮੁਕਤ ਹੈ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੀ ਸੰਗਤ ਕਰਕੇ ਵਾਹਿਗੁਰੂ ਵਿੱਚ ਸਮਾਹੇ ਸਮਾਉਣਾ ਵੀ ਅਮੋਲਕ ਹੈ। ਅਮੁੱਲ ਧਰਮ ਜੋ ਸਤ ਸੰਗਤ ਦੇ ਅੰਦਰ ਸਤ ਚੇਤਨ ਆਨੰਦ ਸਰੂਪ ਪਰਮੇਸ਼ਰ ਦਾ ਨਿਸ਼ਚਾ ਰੂਪੀ ਧਰਮ ਪ੍ਰਾਪਤ ਹੋਣਾ ਨਾ ਇਹ ਵੀ ਅਮੋਲਕ ਹੈ। ਅਮੁੱਲ ਦੀਵਾਨ ਜਿਹੜਾ ਸਤ ਸੰਗਤ ਦੇ ਅੰਦਰ ਆਸਰਾ ਮਿਲ ਜਾਣਾ। ਦੀਵਾਨ ਦਾ ਅਰਥ ਹੈ ਆਸਰਾ। ਜਿਵੇਂ ਆਪਾਂ ਧਰਤੀ ਤੇ ਖੜੇ ਹੁੰਨੇ ਆ ਨਾ ਤੇ ਧਰਤੀ ਸਾਨੂੰ ਆਸਰਾ ਹੈ ਇਸ ਤਰ੍ਹਾਂ परमेश्वर का आसरा अंदर प्राप्त हो जाता है। ये दीवान आसरा प्राप्त होना भी अमोलक है। सच्चे पातशाह महाराज कहते अमुल तुल संतां दा तुल जिहड़ा विचार है ना ये भी अमोलक है। महापुरखों के कहे हुए बचन महाराज ने कहा है कि जिहड़ा साधु का बचन है वो बहुत ज़्यादा अमोलक हुंदा है क्योंकि बुद्धि रूपी तराजू च तोलिया नहीं जा सकता। एक एक बोल उन्हां दा कहा होया महाराज कहते अमोलक है। अमुल प्रवान संतां दा जो प्रवान भाव परमेश्वर ते निश्चा है उन्हां दे पास जो विचार रूपी प्रवान वट्टा है सो भी अमोलक है। संतां दा खट शास्त्र रूप प्रवान वट्टा भी अमोलक है। जो परमेश्वर दी प्राप्ति करके प्रमाण नीक होए हन वो भी महाराज कहंदे भाई अमोलक हन। अमुल बख्शीस संतां दी बख्शिश जिहड़ी आ भाव भगती दी ये भी अमोलक है। अमुल निशान सतपुरुषों का जो निशान मत्थे ते लेखा नूं मेट के चंगे लेख बना देने ना ये भी महाराज कहते अमोलक ही है। मत्थे दे लेख मेट देंदे आ पूर्ण साधु। जिवें वो शायद अगे जिक्र आया सीगा भाई सबेग सिंह जी ने अपने पुत्र सहबाज सिंह दा जदों मस्तक दे उत्ते लेख वेख लिया सीगा ना पूर्ण साधु सीगे ते महाराज दे अगे अरदास कीती सी। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਆ ਅਰਦਾਸ ਕੀਤੀ ਸੀ ਭਾਈ ਸਬੇਗ ਸਿੰਘ ਜੀ ਨੇ ਕਿ ਹਮ ਕਾਰਨ ਗੁਰ ਕੁਲ ਹੈ ਗਵਾਈ ਹਮ ਕੁਲ ਰੱਖੈ ਕਵਨ ਵਡਾਈ। ਤੇ ਸਾਡੇ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀ ਸਾਰੀ ਵੰਨ ਸੁਭਾਰ ਦਿੱਤੀ। ਤੇ ਮਹਾਰਾਜ ਮੇਰਾ ਇੱਕੋ ਇੱਕ ਪੁੱਤਰ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਦਾ ਵਿਆਹ ਹੋਵੇ ਤੇ ਮੈਂ ਅੱਗੇ ਆਪਣੇ ਪੁੱਤ ਪੋਤਿਆਂ ਦੇ ਜਿਹੜੇ ਆ ਮੂੰਹ ਵੇਖਾਂ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਮੇਰੇ ਪੁੱਤਰ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲਓ। ਤੇ ਫਿਰ ਭਾਈ ਸਬੇਗ ਸਿੰਘ ਜੀ ਨੇ ਮੱਥੇ ਤੇ ਹੱਥ ਫੇਰ ਕੇ ਹੀ ਲੇਖ ਜਿਹੜਾ ਸੀ ਮੇਟ ਦਿੱਤਾ ਸੀਗਾ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਮਾੜਾ ਲੇਖ ਪਿਆ ਨਾ ਨਿਸ਼ਾਨ ਉਹਦਾ ਮੇਟਣਾ ਵੀ ਜਿਹੜਾ ਅਮੋਲਕ ਹੈ। ਸਤ ਸੰਗਤ ਕਰਦੇ ਆ ਮੱਥੇ ਦੇ ਜਿਹੜੇ ਲੇਖ ਮਿਟ ਜਾਣੇ ਨਾ ਬੁਰੇ ਉਹ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਅਮੋਲਕ ਹੈ। ਅਮੁੱਲ ਕਰਮ ਜੋ ਸੰਤ ਨਿਸ਼ਕਾਮ ਕਰਮ ਕਰਦੇ ਹਨ ਉਹ ਵੀ ਅਮੋਲਕ ਹੈ। ਕੋਈ ਇੱਛਾ ਰੱਖ ਕੇ ਕਰਮ ਨਹੀਂ ਕਰਦੇ ਸਭ ਦਾ ਭਲਾ ਕਰੀ ਜਾਂਦੇ ਆ। ਅਮੁੱਲ ਫਰਮਾਨ ਸਕਾਮ ਕਰਮ ਛੱਡ ਕੇ ਨਿਸ਼ਕਾਮ ਕਰਨਾ ਵਿੱਚ ਜੋ ਹੁਕਮ ਸੰਤਾਂ ਅੱਗੇ ਫਰਮਾਉਂਦੇ ਹਨ ਭਾਵ ਜੋ ਆਪਣੇ ਮੁਖ ਤੋਂ ਜੀਆਂ ਦੇ ਤਾਈਂ ਉਹ ਸਤਿਗੁਰੂ ਜੀ ਦੇ ਨਾਲ ਜੋੜਨ ਦੇ ਬਚਨ ਕਰਦੇ ਆ। ਮਹਾਰਾਜ ਕਹਿੰਦੇ ਭਾਈ ਉਹ ਉਹਨਾਂ ਦਾ ਕਿਹਾ ਹੋਇਆ ਫਰਮਾਨ ਵੀ ਜਿਹੜਾ ਨਾ ਅਮੋਲਕ ਹੈ ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਕਿ ਜੇ ਦਾਸਾ ਭਾਵ ਧਾਰਨ ਕਰਕੇ ਜੋ ਵੀ ਬਚਨ ਮੁਖ ਤੋਂ ਬੋਲੇ ਨਾ ਤੇ ਉਹ ਫਿਰ ਵਾਹਿਗੁਰੂ ਦੀ ਦਰਗਾਹ ਦੇ ਅੰਦਰ ਸੱਚ ਹੋ ਜਾਂਦਾ ਹੈ। ਅਮੋਲਕ ਹੈ ਮੁੱਲ ਤੋਂ ਰਹਿਤ ਹੈ ਉਹਨਾਂ ਦੇ ਕਹੇ ਹੋਏ ਬਚਨ ਅਮੁੱਲੋ ਅਮੁੱਲ ਆਖਿਆ ਨਾ ਜਾਏ। ਇਸ ਪ੍ਰਕਾਰ ਸੰਤ ਮਹਾਤਮਾ ਅਮੋਲਕ ਤੋਂ ਅਮੋਲਕ ਹਨ ਯਥਾ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮਹਿ ਲਾਖ ਕਰੋੜੀ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਪਿਆਰਿਆਂ ਦਾ ਵੀ ਜਿਹੜਾ ਜਸ ਹੈ ਨਾ ਉਹ ਆਖਿਆ ਨਹੀਂ ਜਾਂਦਾ। ਆਖ ਆਖ ਰਹੇ ਲਿਵਲਾਏ ਮਹਾਪੁਰਸ਼ ਸਤਸੰਗਤ ਕਰਦੇ ਹੋਏ ਪਰਮੇਸ਼ਰ ਦੇ ਨਾਮ ਨੂੰ ਆਖ ਆਖ ਕੇ ਉਚਾਰ ਕੇ ਉਹਦੇ ਵਿੱਚ ਲਿਵ ਲਾ ਰਹੇ ਆ ਆਪਣੀ ਸੁਰਤ ਨੂੰ ਜੋੜ ਰਹੇ ਆ। ਇਉਂ ਗੁਰਸਿੱਖਾਂ ਦੇ ਪ੍ਰਕਰਣ ਤੋਂ ਵੀ ਇਹ ਜਿਹੜੇ ਅਰਥ ਹੈ ਇਸੇ ਤਰ੍ਹਾਂ ਹੀ ਇੱਥੋਂ ਤੱਕ ਕਿ ਗੁਰਸਿੱਖੀ ਦੇ ਵਾਲੇ ਗੁਣ ਜਿਹੜੇ ਆ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ ਫਿਰ ਬਖਸ਼ਿਸ਼ ਕਰਦੇ ਆ ਤੇ ਸਤਿਗੁਰੂ ਜੀ ਦੀ ਰਹਿਮਤ ਦੇ ਨਾਲ ਇਹ ਅਮੋਲਕ ਦਾਤਾਂ ਜਿਹੜੀਆਂ ਨਾ
ਉਹ ਪ੍ਰਾਪਤ ਹੁੰਦੀਆਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਫਰਮਾਉਂਦੇ ਆ ਕਿ ਅਮੋਲਕ ਪਰਮੇਸ਼ਰ ਦੇ ਗੁਣਾਂ ਨੂੰ ਜਿਹੜਾ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਕਰਨਾ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅਮੋਲਕ ਹੈ। ਤੇ ਇਉਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਅਮੁੱਲੋ ਅਮੁੱਲ ਆਖਿਆ ਨਾ ਜਾਏ। ਅਮੋਲਕ ਵੀ ਪਰਮੇਸ਼ਰ ਨੂੰ ਭਾਵ ਕਥਨ ਕਰੀਏ ਤੇ ਉਹ ਆਖਿਆ ਨਹੀਂ ਜਾਂਦਾ, ਉਸ ਦੇ ਸਰੂਪ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਜਿਹੜੇ ਆਖਦੇ ਆ ਪਿਆਰ ਤੇ ਸ਼ਰਧਾ ਦੇ ਨਾਲ, ਉਹ ਵਾਹਿਗੁਰੂ ਜੀ ਦੇ ਵਿੱਚ ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਉਂ ਪਰਮੇਸ਼ਰ ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਸਿਰਤ ਜੁੜ ਜਾਂਦੀ ਹੈ। ਤੇ ਅੱਗੇ ਪੰਕਤੀ ਚੱਲਦੀ ਹੈ, ਆਖਹਿ ਵੇਦ ਪਾਠ ਪੁਰਾਣ। 4 ਵੇਦ ਜੋ ਬ੍ਰਹਮਾ ਜੀ ਨੇ ਰਚੇ ਆ ਤੇ 18 ਪੁਰਾਣ ਜਿਹੜੇ ਆ ਜੋ ਬਿਆਸ ਰਿਸ਼ੀ ਜੀ ਨੇ ਰਚੇ ਆ। ਇਸ ਪ੍ਰਕਾਰ ਆਖਿਆ ਵੇਦ ਪਾਠ ਪੁਰਾਣ। ਤੇ ਜਿਹੜੇ ਪਾਠ ਕਰਨ ਵਾਲੇ ਆ, ਵਿਆਕਰਨ ਵਾਲੇ, ਪਾਣੀ ਮੁਨੀ ਆਦਿਕ, ਮੰਤਰ ਪੜ੍ਹਨ ਵਾਲੇ ਆ, ਪੰਡਤ ਆਦਿਕ, ਪੁਰਾਣਾਂ ਨੂੰ ਪੜ੍ਹਨ ਵਾਲੇ ਆ, ਵਿਦਵਾਨ ਕਪਲ ਮੁਨੀ ਆਦਿਕ, ਜੈਮਨ ਮੁਨੀ ਆਦਿਕ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਆਖਦੇ ਆ ਪਰਮੇਸ਼ਰ ਦੇ ਨਾਮ ਦੇ ਤਾਈਂ ਆਖਿਆ ਵੇਦ ਪਾਠ ਪੁਰਾਣ। ਵੇਦਾਂ ਦੇ ਪਾਠ ਵੀ ਆਖਦੇ ਆ, ਪਾਠ ਕਰਨ ਵਾਲੇ ਵੀ ਆਖਦੇ ਆ। ਪੁਰਾਣਾਂ ਦੇ ਅੰਦਰ ਜਿਹੜਾ ਹੈ ਉਹ ਵਿਆਸ ਜੀ ਨੇ ਆਖਣਾ ਕੀਤਾ ਹੈ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਜਿਹੜਾ ਪਾਠ ਦਾ ਅਰਥ ਨਾ ਗੁਰਬਾਣੀ ਵਿੱਚ ਵਿਆਕਰਨ ਦੀ ਬਹੁਬਲਤਾ ਨਾਲ ਆਉਂਦਾ, ਪਰ ਗੁਰਬਾਣੀ ਦੇ ਪੜ੍ਹਨ ਦਾ ਜਿਹੜਾ ਹੈ ਨਾ ਉਹ ਜਿਹੜਾ ਵਾਚਕ ਨਹੀਂ। ਯਥਾ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਮਹਾਰਾਜ ਜੀ ਨੇ ਆਖਿਆ ਨਿਵਲ ਭਯੰਗਮ ਸਾਧੇ। ਇਸ ਕਰਕੇ ਜੋ ਉਸ ਪਰਮੇਸ਼ਰ ਨੂੰ ਲਖਣਾ ਬਿਰਤੀ ਦੁਆਰਾ ਆਖਦੇ ਹਨ, ਉਹ ਜੋ ਪੁਰਾਣ ਹਨ, ਗਿਆਨ ਅਤੇ ਜਨਮਾਂ ਜਨਮਾਂਤਰਾਂ ਦਾ ਉਸ ਨੂੰ ਪਾਠ ਪੜ੍ਹਾ ਦਿੰਦੇ ਹਨ, ਭਾਵ ਪਰਮੇਸ਼ਰ ਦੇ ਗਿਆਨ ਨੂੰ ਪ੍ਰਾਪਤ ਹੁੰਦੇ ਹਨ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਆਖਿਆ ਵੇਦ ਪਾਠ ਪੁਰਾਣ। ਜਿਹੜਾ ਹੈ ਵੇਦ ਵੀ ਆਖਦੇ ਆ ਤੇ ਉਹਨਾਂ ਦੇ ਪਾਠ ਕਰਨ ਵਾਲੇ ਵੀ ਆਖਦੇ ਆ, ਤੇ ਆਖਿਆ ਪੜ੍ਹੇ ਕਰੇ ਵਖਿਆਣ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਆਖਦੇ ਆ ਪੜ੍ਹ ਕੇ ਫਿਰ ਵਖਿਆਣ ਕਰਦੇ ਆ। ਪੜ੍ਹੇ ਹੋਏ ਕੌਣ ਆ? ਜਿਵੇਂ ਮਹਾਤਮਾ ਵਸ਼ਿਸ਼ਟ ਜੀ ਹੋਏ ਆ, ਇਹ ਤੇ ਆਦਿਕ ਪੜ੍ਹਨ ਵਾਲੇ, ਇਹਨਾਂ ਦੇ ਵਿਦਿਆਰਥੀ ਅਤੇ ਵਖਿਆਣ ਕਰਨ ਵਾਲੇ ਗਿਆਨੀ ਵੀ ਪਰਮੇਸ਼ਰ ਦੇ ਜਸ ਨੂੰ ਲਖਣਾ ਬਿਰਤੀ ਦੁਆਰਾ ਆਖਣਾ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆਖੇ ਬਰਮੇ ਆਖਿਆ ਇੰਦ। ਬ੍ਰਹਮੇ ਵੀ ਪਰਮੇਸ਼ਰ ਦੇ ਜਸ ਨੂੰ ਆਖਦੇ ਆ, ਤੇ ਜਿਹੜੇ ਆ ਇੰਦਰ ਵਰਗੇ ਵੀ ਪਰਮੇਸ਼ਰ ਦੇ ਜਸ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਕਥਨ ਕਰਦੇ ਆ। ਉਸ ਪਰਮੇਸ਼ਰ ਦੇ ਦਰ ਦੇ ਉੱਤੇ ਲੱਖਾਂ ਹੀ ਬ੍ਰਹਮਾ, ਲੱਖਾਂ ਹੀ ਜਿਹੜੇ ਆ ਇੰਦਰ, ਉਹ ਠਾਂਡੇ ਹੋਏ ਪਰਮੇਸ਼ਰ ਦਾ ਜਸ ਜਿਹੜਾ ਉਹ ਕਰਦੇ ਹਨ। ਇੰਦ ਦਾ ਅਰਥ ਦੇਵਤੇ ਵੀ ਹੈ, ਇੰਦ ਦਾ ਅਰਥ ਚੰਦਰਮਾ ਵੀ ਹੈ। ਇਉਂ ਸਾਰੇ ਜਿਹੜੇ ਆ ਉਹ ਪਰਮੇਸ਼ਰ ਦੇ ਜਸ ਨੂੰ ਆਪਣੇ ਮੁਖ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਆਖਦੇ ਆ। ਆਖਿਆ ਵੇਦ ਪਾਠ ਪੁਰਾਣ, ਆਖਿਆ ਪੜ੍ਹੇ ਕਰੇ ਵਖਿਆਣ। ਪੜ੍ਹ ਕੇ ਫਿਰ ਉਸ ਦਾ ਜਿਹੜਾ ਵਖਿਆਣ ਕਰਦੇ ਆ, ਭਾਵ ਉਸ ਦਾ ਜਿਹੜਾ ਵਿਸਥਾਰ ਕਰਦੇ ਆ। ਆਖਿਆ ਬਰਮ ਹੀ ਆਖਿਆ ਇੰਦ। ਬਰਮਾ ਜੀ ਵੀ ਆਖਦੇ ਆ, ਇੰਦਰ ਵੀ ਆਖਦਾ ਹੈ। ਆਖਿਆ ਗੋਪੀ ਤੈ ਗੋਵਿੰਦ। ਗੋਪੀਆਂ ਦੇ ਗੋਬਿੰਦ ਕ੍ਰਿਸ਼ਨ ਜੀ ਸਾਰੇ ਹੀ ਉਸ ਪਰਮੇਸ਼ਰ ਨੂੰ ਆਖਦੇ ਹਨ ਉਪਦੇਸ਼। ਗੋਪੀਆਂ ਦੇ ਤੈਂ ਤਾਈ ਕ੍ਰਿਸ਼ਨ ਜੀ, ਜਦੋਂ ਗੋਪੀਆਂ ਨੂੰ ਇਸ ਪ੍ਰਕਾਰ ਕ੍ਰਿਸ਼ਨ ਜੀ ਨੇ ਕੁਰੂਕਸ਼ੇਤਰ ਵਿੱਚ ਉਪਦੇਸ਼ ਦਿੱਤਾ ਸੀ, ਤੇ ਇਸ ਪ੍ਰਕਾਰ ਪਰਮੇਸ਼ਰ ਦੇ ਨਾਮ ਦਾ ਜਿਹੜਾ ਸੀ ਨਾ ਉਹ ਉਪਦੇਸ਼ ਦਿੱਤਾ ਕਿ ਨਾਮ ਤੋਂ ਬਿਨਾਂ ਸਭ ਕੁਝ ਮਿਥਿਆ ਹੈ, ਆਤਮਾ ਸਤ ਸਰੂਪ ਹੈ, ਉਸ ਵਿੱਚ ਚਿੱਤ ਲਾ ਕਰਕੇ ਰੱਖੋ, ਦੇਹਾਂ ਵਿੱਚ ਚਿੱਤ ਨਾ ਰੱਖੋ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਵਾਰਤਾ ਸਾਰੀ ਲਿਖੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਜੀ ਦਸਮ ਗ੍ਰੰਥ ਵਿੱਚ ਕੁਰੂਕਸ਼ੇਤਰ ਦੀ ਚਰਚਾ ਵਿੱਚ ਮਹਾਰਾਜ ਨੇ ਲਿਖਿਆ ਹੈ, ਕ੍ਰਿਸ਼ਨ ਅਕਾਂਤ ਕੀਓ ਤਿਹ ਛਿਨ, ਕਹਿਓ ਗਿਆਨ ਸਿੱਖ ਲੇ ਹੋ, ਮਿਲ ਵਿਛੜਨ ਦਊ ਇਹ ਜਗ ਮੈਂ, ਮਿਥਿਆ ਤਨ ਅਸਨੇਹੋ। ਇਹ ਜਿਹੜਾ ਤਨ ਦਾ ਵਿਛੜਨਾ ਹੈ ਨਾ, ਇਹ ਪਿਆਰ ਜਿਹੜਾ ਸਰੀਰਾਂ ਦਾ, ਇਹ ਮਿਥਿਆ ਹੈ, ਨਾਸ਼ਵੰਤ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਦੇ ਤਾਈਂ ਆਖਦੇ ਹਨ। ਕ੍ਰਿਸ਼ਨ ਜੀ ਵੀ, ਗੋਪੀਆਂ ਵੀ ਆਖਦੀਆਂ ਹਨ। ਆਖਿਆ ਈਸ਼ਰ ਆਖਿਆ ਸਿੱਧ। ਉਸ ਦੇ ਜਸ ਤੇ ਗੁਣਾਂ ਨੂੰ ਈਸ਼ਰ ਸ਼ਿਵ ਜੀ ਵੀ ਆਖਦਾ ਹੈ।
सिद्ध शक्तियां वाले 84 सिद्ध भी ਜਿਹੜੇ ਆ ਉਹ ਆਖਦੇ ਹਨ। इस प्रकार सिद्ध भी ਜਿਹੜੇ ਆ ਉਹ परमेश्वर ਦੇ नाम ਨੂੰ ਆਖਦੇ ਆ। महाराज ਕਹਿੰਦੇ आख्या केते कीते बुद्ध, कितने ही उस परमेश्वर ਦੇ ਕੀਤੇ ਹੋਏ बुद्धि वाले ਜਿਹੜੇ ਆ ਤत्वेते ਉਹਦੇ नाम ਨੂੰ ਆਖਦੇ ਆ। कितने ही जिन्हां ਨੂੰ सतगुरां ने बोध कीता है, बुद्ध नक्षत्र, ਉਹ ਵੀ परमेश्वर ਦੇ जस ਨੂੰ ਆਖਦੇ ਹਨ। आखै दानव आखै देव, ਆਖਦੇ ਹਨ ਮਹਾਰਾਜ ਕਹਿੰਦੇ ਦਾਨਵ ਦੈਂਤ ਦੇਵਲੂਤ ਵਰਗੇ ਭਪੀਖਣ ਜੀ ਜਿਹੜੇ ਸੀ, ਪ੍ਰਹਲਾਦ ਜੀ ਵੀ ਦੈਂਤ ਕੁਲ ਚੋਂ ਹੋਏ ਸੀ ਤੇ ਉਹ ਵੀ ਮਹਾਰਾਜ ਦੇ ਨਾਮ ਨੂੰ ਆਖਦੇ ਆ। ਤੇ ਦੇਵ ਜਿਹੜੇ 33 ਕਰੋੜ ਦੇਵੀ ਦੇਵਤਾ ਹਨ ਅਜਾਨ ਸੰਗਿਆ ਵਾਲੇ, ਇਹ ਸਾਰੇ ਭਾਈ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੀ ਆਖਦੇ ਆ ਕਿ ਨਾਮ ਦੇ ਬਰਾਬਰ ਨਹੀਂ ਕੋਈ ਚੀਜ਼। ਆਖੈ ਸੁਰ ਨਰ ਮੁਨ ਜਨ ਸੇਵ, ਪਰਮੇਸ਼ਰ ਦੇ ਜਸ ਤੇ ਗੁਣਾਂ ਨੂੰ ਸੁਰ ਦੇਵਤੇ ਦੇਵੀ ਸੰਪਦਾ ਵਾਲੇ, ਸੁਰ ਸ੍ਰੇਸ਼ਟ ਪੁਰਸ਼ ਜਿਹੜੇ ਨਰ ਹਨ ਜਿਨ੍ਹਾਂ ਨੇ ਯੁੱਧ ਵਿੱਚ ਸ਼ਹੀਦੀ ਪਾ ਕੇ ਦੇਵ ਪਦਵੀ ਨੂੰ ਪ੍ਰਾਪਤ ਕੀਤਾ ਹੁੰਦਾ, ਉਹਨਾਂ ਨੂੰ ਜਿਹੜਾ ਹੈ ਸੁਰ ਸੂਰਬੀਰ ਵੀ ਕਹਿੰਦੇ ਆ। ਜਿਵੇਂ ਸੂਰ ਮੰਡਲ ਨੂੰ ਵਿੰਨ ਕੇ ਤੇ ਫਿਰ ਜਿਹੜੇ ਆ ਜਾਂਦੇ ਆ ਦੇਵਲੋਕ ਨੂੰ, ਇਸ ਪ੍ਰਕਾਰ ਉਹ ਵੀ ਤੇ ਮੁਨੀ ਤੇ ਜਨ ਜਿਹੜੇ ਪਿਆਰੇ ਹਨ ਉਹ ਵੀ ਆਖਦੇ ਪਰਮੇਸ਼ਰ ਦੇ ਜਸ ਨੂੰ ਕਥਨ ਕਰਦੇ ਆ। ਕੇਤੇ ਆਖੇ ਆਖਣ ਪਾਹੇ, ਕਿਤਨੇ ਹੀ ਪਰਮੇਸ਼ਰ ਨੂੰ ਹੁਣ ਵਰਤਮਾਨ ਸਮੇਂ ਵਿੱਚ ਆਖੇ ਆਖਦੇ ਹਨ, ਕਿਤਨੇ ਹੀ ਅੱਗੇ ਭਵਿੱਖ ਕਾਲ ਵਿੱਚ ਆਖਣ ਪਾਹੇ ਆਖਣੇ ਆਖਣਗੇ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕੇਤੇ ਕਹਿ ਕਹਿ ਉਠ ਉਠ ਜਾਹੇ, ਕਿਤਨੇ ਹੀ ਪਰਮੇਸ਼ਰ ਦੇ ਜਸ ਨੂੰ ਕਹਿ ਕਹਿ ਕੇ ਉੱਠ ਉੱਠ ਕੇ ਸੰਸਾਰ ਤੋਂ ਚਲੇ ਜਾਂਦੇ ਨੇ, ਭਾਵ ਅੱਗੇ ਨੂੰ ਜਾਣਗੇ। ਵਾਹਿਗੁਰੂ ਦਾ ਜਸ ਰਹਿਣ ਵਾਲਾ ਹੈ, ਕਹਿਣ ਵਾਲੇ ਸਰੀਰ ਕਰਕੇ ਨਹੀਂ ਰਹਿੰਦੇ। ਕਿਤਨੇ ਹੀ ਕਹਿ ਕਹਿ ਕੇ ਉੱਠ ਉੱਠ ਕੇ ਸੰਸਾਰ ਵੱਲੋਂ ਉਪਰਾਮ ਹੋ ਕੇ, ਭਾਵ ਉੱਠ ਉੱਠ ਕੇ ਕਿ ਸੰਸਾਰ ਤੋਂ ਉੱਠ ਕੇ, ਦੇਹ ਅਧਿਆਸ ਤੋਂ ਉੱਠ ਕੇ ਸਮਾਧੀ ਵਿੱਚ ਬੈਠ ਜਾਂਦੇ ਆ, ਤੁਰਿਆ ਪਦ ਵਿੱਚ ਸਥਿਤ ਹੋ ਜਾਂਦੇ ਆ। ਇਸ ਪ੍ਰਕਾਰ ਵਾਹਿਗੁਰੂ ਦੇ ਜਸ ਨੂੰ ਇਸ ਪ੍ਰਕਾਰ ਕਹਿੰਦੇ ਆ। ਪਰਮੇਸ਼ਰ ਦੇ ਜਸ ਨੂੰ ਕਹਿਣ ਵਾਲੇ ਇਸ ਸੰਸਾਰ ਤੋਂ ਦੇਹ ਕਰਕੇ ਤਾਂ ਭਾਵੇਂ ਚਲੇ ਜਾਂਦੇ ਪਰ ਸਦਾ ਲਈ ਅਮਰ ਹੋ ਜਾਂਦੇ। ਮਹਾਰਾਜ ਕਹਿੰਦੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਕਿੰਨੇ ਹੀ ਕਹਿ ਕਹਿ ਕੇ ਸੰਸਾਰ ਤੋਂ ਉਪਰਾਮ ਹੋ ਕੇ, ਸਰੀਰ ਤੋਂ ਉਪਰਾਮ ਹੋ ਕਰਕੇ ਤੁਰਿਆ ਅਵਸਥਾ ਦੇ ਵਿੱਚ ਬੈਠ ਜਾਂਦੇ ਜਾ ਕਰਕੇ। ਕਿਉਂ ਸੱਚੇ ਪਾਤਸ਼ਾਹ ਕਹਿੰਦੇ ਨਾਮ ਸਦਾ ਰਹਿਣ ਵਾਲਾ ਹੈ, ਇਤੇ ਕੀਤੇ ਹੋਰ ਕਰੇ। ਪਰਮੇਸ਼ਰ ਨੇ ਇਹ ਕਥਨ ਕਰਨ ਵਾਲੇ ਉਪਰੋਤਕ ਜਿੰਨੇ ਕੀਤੇ ਹਨ ਇਤਨੇ ਹੋਰ ਵੀ ਕਰ ਦੇਵੇ ਤਾਂ ਆਖ ਨਾ ਸਕੈ ਕਈ ਕਿ ਤਾਂ ਵੀ ਕੋਈ ਮਹਾਰਾਜ ਕਹਿੰਦੇ ਕਿਸੇ ਪ੍ਰਕਾਰ ਕਿਤਨੇ ਯਤਨ ਕਰਕੇ ਵੀ ਉਸ ਪਰਮੇਸ਼ਰ ਦਾ ਦ੍ਰਿਸ਼ਟਾਂਤਾਂ ਨਾਲ, ਪ੍ਰਮਾਣਾਂ ਨਾਲ, ਜੁਗਤੀਆਂ ਦੁਆਰਾ ਆਖ ਨਹੀਂ ਸਕਦਾ ਕਿ ਮੈਂ ਸਮਗਰ ਸਰੂਪ ਨੂੰ ਕਥਨ ਕਰ ਦਿੱਤਾ ਹੈ। ਮਹਾਰਾਜ ਕਹਿੰਦੇ ਇਤੇ ਕੀਤੇ ਹੋਰ ਕਰੇ, ਇਤਨੇ ਜਿਤਨੇ ਕਥਨ ਕੀਤੇ ਹਨ ਇਹ ਸਾਰੇ ਵੀ ਉਸ ਪਰਮੇਸ਼ਰ ਨੂੰ ਲਖਣਾ ਬਿਰਤੀ ਦੁਆਰਾ ਹੀ ਕਥਨ ਕਰਨ ਲੱਗ ਜਾਣ। ਹੋਰ ਕਰੇ ਜਿਤਨੇ ਹੋਰ ਕਰਨਗੇ ਉਹ ਵੀ ਲਖਣਾ ਬਿਰਤੀ ਦੁਆਰਾ ਕਥਨ ਕਰਨ ਲੱਗ ਜਾਣ ਤਾਂ ਆਖ ਨਾ ਸਕੈ ਕਈ ਕਿ ਜੇ ਕਹੋ ਕਿ ਸ਼ਕਤੀ ਬਿਰਤੀ ਨਾਲ ਕੋਈ ਕਹਿ ਸਕੇਗਾ ਤਾਂ ਕਿਸੇ ਪ੍ਰਕਾਰ ਕੋਈ ਪਿੱਛੇ ਨਾ ਆਖ ਸਕਿਆ, ਨਾ ਕੋਈ ਹੁਣ ਆਖ ਸਕਦਾ ਤੇ ਨਾ ਮਹਾਰਾਜ ਕਹਿੰਦੇ ਅੱਗੇ ਨੂੰ ਭਾਈ ਕੋਈ ਆਖ ਸਕੇਗਾ। ਜੇਵੜ ਭਾਵੈ ਤੇਵੜ ਹੋਏ। ਇਸ ਤੋਂ ਪਹਿਲਾਂ ਮਹਾਰਾਜ ਕਹਿੰਦੇ ਭਾਈ ਜਿਹੜਾ ਨਿਰਗੁਣ ਸਰੂਪ ਹੈ ਨਾ ਉਹਦੇ ਬਾਰੇ ਕੋਈ ਕਿੰਨਾ ਕਥਨ ਕਰ ਲਿਆ ਪਰ ਪਰਮੇਸ਼ਰ ਦੇ ਸਰੂਪ ਨੂੰ ਕਥਨ ਨਹੀਂ ਕੋਈ ਕਰ ਸਕਦਾ। ਤੇ ਜਿਹੜਾ ਸਰਗੁਣ ਸਰੂਪ ਉਹਦਾ ਉਹ ਨਹੀਂ ਕਥਨ ਕੀਤਾ ਜਾਂਦਾ ਤੇ ਨਿਰਗੁਣ ਸਰੂਪ ਦਾ ਮਹਾਰਾਜ ਕਹਿੰਦੇ ਭਾਈ ਕਿਵੇਂ ਕਥਨ ਕਰ ਲੇਗਾ। ਜਿਵੇਂ ਮਹਾਰਾਜ ਨੇ ਜ਼ਿਕਰ ਕੀਤਾ ਨਾ, ਕਰੂ ਅਢਾਈ ਧਰਤੀ ਮੰਗੀ 52 ਰੂਪ ਬਹਾਨਾ, ਕਿਉਂ ਪਿਆਲ ਜਾਏ ਕਿਉਂ ਛਲੀਆ ਜੇ ਬਲ ਰੂਪ ਪਛਾਨੈ। ਜੇ ਬਲ ਰਾਜਾ ਰੂਪ ਪਛਾਣਦਾ ਹੁੰਦਾ ਤੇ ਉਹ ਛਲਿਆ ਕਿਉਂ ਜਾਂਦਾ। ਉਹ ਅੰਤ ਨਹੀਂ ਪਾ ਸਕਿਆ ਸਰਗੁਣ ਸਰੂਪ ਦਾ ਹੀ ਤੇ ਨਿਰਗੁਣ ਸਰੂਪ ਦਾ ਕਿਸੇ ਨੇ ਕੀ ਆਖ ਸਕਣਾ ਹੈ। ਕਿਉਂ ਸੱਚੇ ਪਾਤਸ਼ਾਹ ਕਹਿੰਦੇ ਜੇਵੜ ਭਾਵੈ ਤੇਵੜ ਹੋਏ। ਜਿਤਨਾ ਵੱਡਾ ਸਰੂਪ ਉਸ ਪਰਮੇਸ਼ਰ ਨੂੰ ਭਾਉਂਦਾ ਹੈ ਨਾ ਉਤਨਾ ਵੱਡਾ ਹੀ ਉਹ ਆਪ ਹੋ ਰਿਹਾ ਹੈ। ਇੱਕ ਵਾਰੀ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਮੱਲੋ ਮੱਲੀ ਭਾਈ ਮਰਦਾਨਾ ਜੀ ਨੇ ਛੁੱਟੀ ਲੈ ਲਈ ਕਿ ਮਹਾਰਾਜ ਮੈਨੂੰ ਘਰ ਜਾਣ ਦਿਓ, ਮੇਰਾ ਨਹੀਂ ਸਰਦਾ। ਤੇ ਮਹਾਰਾਜ ਕਹਿੰਦੇ ਭਾਈ ਮਰਦਾਨਾ ਇੱਥੇ ਬੜੀਆਂ ਬਲਾਵਾਂ ਤੂੰ ਨਾ ਜਾ। ਤੇ ਪਰ ਭਾਈ ਮਰਦਾਨਾ ਜੀ ਆਖੇ ਨਾ ਲੱਗੇ ਤੇ ਚੱਲ ਪਏ। ਉਹ ਦੈਂਤ ਬੈਠਾ ਥੋੜੀ ਦੂਰ, ਉਹਨੇ ਭਾਈ ਮਰਦਾਨਾ ਜੀ ਨੂੰ ਖਾ ਲਿਆ। ਜਦੋਂ ਖਾ ਲਿਆ ਅੰਦਰ ਲੰਘਾ ਲਿਆ ਤੇ ਭਾਈ ਮਰਦਾਨਾ ਜੀ ਫਿਰ ਬਚਨ ਦੀ ਆਦਤ ਛੱਡਤੀ ਵੀ ਹੁਣ ਤਾਂ ਮੈਨੂੰ ਖਾ ਹੀ ਲਿਆ, ਮੈਂ ਹੁਣ ਮਰ ਗਿਆ ਤੇ ਹੁਣ ਕੀ ਬਣੂਗਾ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਾਲ ਲੈ ਕੇ ਆਏ ਸੀ। ਸਤਿਗੁਰੂ ਜੀ ਨੇ ਫਿਰ ਇਹ ਕਿਹਾ ਸੀ, ਭਾਈ ਮਰਦਾਨੇ ਨੂੰ ਬਚਨ ਦਿੱਤਾ ਸੀ। ਜਦੋਂ ਭਾਈ ਮਰਦਾਨਾ ਜੀ ਨੇ ਆਖਿਆ ਕਿ ਮਹਾਰਾਜ ਜੇ ਮੈਂ ਮਰ ਗਿਆ ਤਾਂ ਮਹਾਰਾਜ ਕਹਿੰਦੇ ਫਿਰ ਜਿੰਦਾ ਕਰ ਦਾਂਗੇ।
महाराज फिर नाल लए दी लाज सी सतगुरु जी, दैंत दे सामने चले गए। वो दैंत ने महाराज नूं भी चुक के खा लिया। ते अंदर फिर जदों महाराज गए ते भाई मरदाना जी महाराज वाल वेख के फिर हस पे, हुण मेरे बचाउण नूं आ गए महाराज। वो दैंत कई योजन तक अपना शरीर वधा सकदा सी, इन्नी शक्ति ਉਹਦੇ 'ਚ। ਤੇ ਪਰ ਮਹਾਰਾਜ ਸਾਹਿਬ ਜੀ ਤਾਂ ਜੇਵੜ ਭਾਏ ਤੇ ਭਾਵੈ ਤੇਵੜ ਹੋਏ, ਜਿੰਨਾ ਚਾਹੁਣ ਉਹਨਾਂ ਆਪਣਾ ਸਰੀਰ ਵਧਾ ਸਕਦੇ ਸੀ। ਉਹ 30 ਯੋਜਨ ਤੱਕ ਉਸਨੇ ਸਰੀਰ ਵਧਾਇਆ ਤੇ ਮਹਾਰਾਜ ਸਾਹਿਬ ਜੀ ਉਸ ਤੋਂ ਜ਼ਿਆਦਾ ਆਪਣਾ ਸਰੀਰ ਦਾ ਵਿਸਥਾਰ ਕਰਕੇ ਉਹ ਦੈਂਤ ਨੂੰ ਪਾੜ ਕੇ ਬਾਹਰ ਨਿਕਲੇ। ਫਿਰ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੀ ਰੱਖਿਆ ਕੀਤੀ ਤੇ ਉਸ ਦੈਂਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਦਗਤੀ ਦਿੱਤੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਪਰਮੇਸ਼ਰ ਜਿੱਡਾ ਵੱਡਾ ਭਾਵ ਹੈ ਨਾ ਚਾਹੇ ਓਨਾ ਵੱਡਾ ਹੀ ਹੋ ਸਕਦਾ। ਜਦੋਂ ਕੋਈ ਧਿਆਨ ਨਾਲ ਵੇਖਦੇ ਆ ਤੇ ਉਹਨਾਂ ਦਾ ਗਿਆਨ ਵੱਧਦਾ, ਜਿੰਨਾ ਗਿਆਨ ਵੱਧਦਾ ਉਹਨਾਂ ਧਿਆਨ ਗਾੜਾ ਹੁੰਦਾ ਜਾਂਦਾ, ਪਰ ਪਰਮੇਸ਼ਰ ਦਾ ਅੰਤ ਨਹੀਂ ਆਉਂਦਾ। ਮਹਾਰਾਜ ਜੀ ਨੇ ਅੱਜ ਕਥਾ 'ਚ ਵੀ ਜ਼ਿਕਰ ਆ ਰਿਹਾ ਸੀ, ਗੁਰੂ ਸਾਹਿਬ ਨੇ ਕਿਹਾ ਸੂਸ਼ਮ ਤੇ ਸੂਸ਼ਮ ਕਰ ਚੀਨੇ ਬਿਰਦਨ ਬਿਰਦ ਬਤਾਏ। ਜਿਹੜੇ ਜੋਗੀ ਧਿਆਨ ਨਾਲ ਸੂਖਸ਼ਮ ਅਣੂ ਵੇਖ ਲੈਂਦੇ, ਉਹ ਕਹਿੰਦੇ ਭਾਈ ਪਰਮੇਸ਼ਰ ਤਾਂ ਬਹੁਤਾ ਸੂਖਸ਼ਮ ਹੈ, ਧਿਆਨ 'ਚ ਨਹੀਂ ਆਉਂਦਾ। ਤੇ ਜਿਹੜੇ ਕਹਿੰਦੇ ਵੱਡਾ ਪਰਮੇਸ਼ਰ ਵੱਡਾ, ਉਹ ਕਹਿੰਦੇ ਤਾਂ ਬਹੁਤ ਵੱਡਾ। ਤਾਂ ਮਹਾਰਾਜ ਨੇ ਕਿਹਾ ਜਮੀ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਉਂ ਸਤਿਗੁਰੂ ਜੀ ਕਹਿੰਦੇ ਨਾਨਕ ਜਾਣੈ ਸਾਚਾ ਸੋਏ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਡਾ ਵੱਡਾ ਉਹ ਆਪ ਹੈ, ਉਹ ਸੱਚਾ ਆਪ ਹੀ ਜਾਣਦਾ ਹੈ ਆਪਣੀ ਸੋਭਾ ਨੂੰ, ਕਿਉਂ ਕਿੱਡਾ ਕੁ ਵੱਡਾ ਹੋਰ ਕੋਈ ਨਹੀਂ ਜਾਣ ਸਕਦਾ। ਜੇ ਕੋ ਆਖੈ ਬੋਲ ਵਿਗਾੜ, ਜੇ ਕੋਈ ਕਹੇ ਕਿ ਮੈਂ ਪਰਮੇਸ਼ਰ ਨੂੰ ਪੂਰਾ ਕਹਿ ਸਕਦਾ ਹਾਂ, ਉਹ ਬੋਲ ਕੇ ਵਿਗਾੜ ਕਰ ਲੈਂਦਾ ਹੈ। ਜੇ ਕੋਈ ਬੋਲ ਵਿਗਾੜ ਕਹੇ ਕਿ ਮੈਂ ਕਥਨ ਕਰ ਸਕਦਾ ਹਾਂ, ਕਿ ਉਹ ਐਡਾ ਕੁ ਵੱਡਾ ਹੈ ਪਰ ਕਹਿ ਨਹੀਂ ਸਕੇਗਾ। ਜੇ ਉਹ ਕਹਿੰਦਾ ਤੇ ਉਹਦਾ ਬੋਲ ਜਿਹੜਾ ਨਾ ਉਹ ਵਿਗਾੜ ਭਾਵ ਬੁਰਾ ਬੋਲ ਹੈ, ਕਹਿ ਨਹੀਂ ਸਕੇਗਾ ਪਰਮੇਸ਼ਰ ਦੇ ਨਾਮ ਦੇ ਤਾਂ, ਪਰਮੇਸ਼ਰ ਦੇ ਸਰੂਪ ਦੇ ਤਾਂ ਹੀ ਕਥਨ ਨਹੀਂ ਕਰ ਸਕਦਾ। ਜੇ ਕੋਈ ਆਖਾ, ਜੇ ਕੋਈ ਆਖਣ ਲੱਗ ਜਾਵੇ ਤੇ ਉਹ ਬੋਲ ਵਿਗਾੜ ਕਰ ਲੈਣ ਵਾਲਾ ਹੈ, ਭਾਵ ਪਰਮੇਸ਼ਰ ਤੋਂ ਬੇਮੁਖ ਹੋ ਜਾਣ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਤਾਂ ਉਹ ਗਵਾਰਾ ਮੂਰਖਾਂ ਦੇ ਸਿਰ ਮੂਰਖ, ਮਹਾਰਾਜ ਕਹਿੰਦੇ ਸ਼੍ਰੋਮਣੀ ਮੂਰਖ ਲਿਖਿਆ ਜਾ ਸਕਦਾ ਹੈ। ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ। ਜਿਹੜਾ ਕਿ ਮੈਂ ਪਰਮੇਸ਼ਰ ਦੇ ਪੂਰੇ ਸਰੂਪ ਦਾ ਕਥਨ ਕਰ ਲਾਂਗਾ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਮੂਰਖਾਂ ਦੇ ਸਿਰ ਮੂਰਖ ਹੈ। ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ, ਉਹਨੂੰ ਗਵਾਰਾਂ ਦੇ ਸਿਰ ਗਵਾਰ, ਮੂਰਖਾਂ ਦੇ ਸਿਰ ਮੂਰਖ ਮਹਾਰਾਜ ਕਹਿੰਦੇ ਲਿਖਿਆ ਜਾਏਗਾ। ਪਰਮੇਸ਼ਰ ਬੇਅੰਤ ਹੈ, ਅਨੰਤ ਹੈ, ਵਿਸਮਾਦ ਹੈ, ਸੁਖ ਹੈ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਲਖਿਆ ਨਹੀਂ ਜਾ ਸਕਦਾ। ਲਖਣਾ ਬਿਰਤੀ ਕਰਕੇ ਪਹਿਲਾਂ ਜਿਹੜਾ ਹੈ ਉਹ ਵਾਹਿਗੁਰੂ ਦੇ ਸਰੂਪ ਨੂੰ ਭਗਤ ਜਿਹੜੇ ਆ ਉਹ ਆਨੰਦ ਮਾਣਦੇ ਆ। ਤੇ ਜਿਹੜਾ ਕੋਈ ਵਿਗਾੜ ਵਾਲੇ ਭਾਵ ਹੰਗਤਾ ਵਾਲੇ ਬੋਲ ਲਵੇ ਤੇ ਕਿ ਮੈਂ ਸ਼ਕਤੀ ਬਿਰਤੀ ਦੁਆਰਾ ਕਹਿ ਸਕਦਾ ਹਾਂ, ਪਰ ਕਿਉਂਕਿ ਕਹਿ ਤੇ ਸਕਦਾ ਨਹੀਂ ਸਰੂਪ ਨੂੰ ਨਾ, ਸਰੂਪ ਲਖਿਆ ਹੀ ਨਹੀਂ ਜਾ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੰਗਤਾ ਦਾ ਵਾਚਕ ਹੈ ਜਿਹੜਾ ਕਹਿਣਾ ਕਿ ਮੈਂ ਆਖ ਸਕਦਾ, ਮੈਂ ਲਿਖ ਸਕਦਾ ਹਾਂ। ਮਹਾਰਾਜ ਕਹਿੰਦੇ ਫਿਰ ਉਹ ਮੂਰਖਤਾ ਹੀ ਹੈ, ਕਿਉਂਕਿ ਪਰਮੇਸ਼ਰ ਦੇ ਸਮਗਰ ਗੁਣਾਂ ਨੂੰ ਉਚਾਰਿਆ ਨਹੀਂ ਜਾ ਸਕਦਾ। ਉਹ ਅਮੋਲਕ ਹੈ, ਉਹ ਆਨੰਦ ਦਾ ਸੋਮਾ ਹੈ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ 26ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਪਰਮੇਸ਼ਰ ਦੀਆਂ ਅਮੋਲਕ ਹੀ ਦਾਤਾਂ ਹਨ ਤੇ ਉਹਨਾਂ ਦਾਤਾਂ ਨੂੰ ਪ੍ਰਾਪਤ ਕਰਨ ਵਾਲੇ ਵੀ ਅਮੋਲਕ ਹਨ, ਕਮਾਈ ਕਰਨ ਵਾਲੇ ਵੀ ਅਮੋਲਕ ਹਨ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਆਉਣਾ ਵੀ ਅਮੋਲਕ ਹੈ, ਉਹਨਾਂ ਦਾ ਜਾਣਾ ਵੀ ਅਮੋਲਕ ਹੈ। ਪਰਮੇਸ਼ਰ ਨੂੰ ਆਖਣ ਵਾਲੇ ਵੀ ਬਹੁਤ ਸਾਰੇ ਆਖ ਰਹੇ, ਆਖ ਕੇ ਵੀ ਉਹਦਾ ਅੰਤ ਨਹੀਂ ਪੈ ਰਿਹਾ ਤੇ ਆਖ ਕੇ ਉਹਦੇ 'ਚ ਲਿਵ ਲਾ ਕੇ ਜੁੜਦੇ ਜਾ ਰਹੇ ਆ। ਜਿਸ ਤਰ੍ਹਾਂ ਲੂਣ ਦੀ ਡਲੀ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਹੈ, ਇਸ ਤਰ੍ਹਾਂ ਵਾਹਿਗੁਰੂ ਦਾ ਰੂਪ ਹੀ ਹੁੰਦੇ ਜਾ ਰਹੇ ਆ। ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦਾ ਸਰੂਪ ਜਿਹੜਾ ਨਾ ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਜਿੱਡਾ ਵੱਡਾ ਉਹਨੂੰ ਕੋਈ ਵੇਖੇ ਫਿਰ ਓਡਾ ਵੱਡਾ ਹੋਰ ਦਿਸਣ ਲੱਗ ਪੈਂਦਾ ਹੈ। ਜਿਵੇਂ ਸਮੁੰਦਰ ਦੇ ਉਰਲੇ ਕੰਢੇ ਤੇ ਖਲੋ ਕੇ ਜਿਹੜੇ ਖਲੋਦੇ ਆ ਉਹ ਉਹਨਾਂ ਨੂੰ ਦੂਜਾ ਕੰਢਾ ਪਰਲਾ ਜਾਪਦਾ ਹੈ, ਪਰਲਿਆਂ ਨੂੰ ਉਰਲਾ ਕੰਢਾ ਪਰਲਾ ਜਾਪਦਾ ਹੈ। ਇਉਂ ਪਰਮੇਸ਼ਰ ਦਾ ਜੇ ਨਾ ਉਰਵਾਰ ਪਾਰ ਉਰਲਾ ਕੰਢਾ ਤੇ ਪਰਲਾ ਕੰਢਾ ਨਹੀਂ ਪਤਾ ਲੱਗ ਸਕਦਾ ਕਿ ਉਹ ਸ਼ੁਰੂ ਕਿੱਥੋਂ ਹੈ, ਸਿਰਾ ਕਿਹੜਾ ਹੈ। ਕੋਈ ਸਿਰਾ ਨਹੀਂ। ਮਹਾਰਾਜ ਕਹਿੰਦੇ ਭਾਈ ਉਹ ਅਨੰਤ ਹੈ, ਉਹ ਬੇਅੰਤ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕੀਤੀ ਹੈ। ਮਹਾਰਾਜ ਰਹਿਮਤ ਕਰਨ, ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਇਹਦੇ 'ਚ ਵਸੇ। ਇਹ 26ਵੀਂ ਪੌੜੀ ਅੱਜ ਸੰਪੂਰਨ ਹੋਈ ਆ ਤੇ 2 ਦਿਨ ਹੁਣ ਕਥਾ ਦੀ ਜਿਹੜੀ ਆ ਉਹ ਸੰਥਿਆ ਦੀ ਕਲਾਸ ਇਹ ਛੁੱਟੀ ਹੋਊਗੀ।
ਤੇ ਫਿਰ ਆਪਾਂ ਜਿਹੜਾ ਹੁਣ ਨਵੇਂ ਟਾਈਮ ਦੇ ਨਾਲ ਭਾਈ ਸਾਹਿਬ ਨੇ ਅਨਾਉਂਸ ਕੀਤਾ ਸੀ ਤੇ ਉਹਦੇ ਨਾਲ ਆਪਾਂ ਜਿਹੜੀ ਹੈ ਸ਼ੁਰੂਆਤ ਕਰਾਂਗੇ ਸੋਮਵਾਰ ਤੋਂ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਸ ਤਰ੍ਹਾਂ ਗਿਆਨੀ ਜੀ ਨੇ ਬੇਨਤੀ ਕੀਤੀ ਹੁਣ ਅਗਲੇ ਸੋਮਵਾਰ ਤੋਂ, ਜਿਹੜਾ ਸੋਮਵਾਰ ਆ ਰਿਹਾ ਹੈਗਾ ਜੀ, ਉਸ ਸੋਮਵਾਰ ਤੋਂ ਕਥਾ ਦੀ ਟਾਈਮਿੰਗ ਚੇਂਜ ਹੋ ਰਹੀ ਹੈ। ਕਥਾ ਹੋਇਆ ਕਰੇਗੀ ਜੀ ਕੈਲੀਫੋਰਨੀਆ ਟਾਈਮ 9:15 ਵਜੇ ਤੋਂ ਲੈ ਕੇ 10:15 ਵਜੇ ਤੱਕ, ਜੋ ਕਿ ਪੰਜਾਬ ਇੰਡੀਆ ਦਾ ਟਾਈਮ ਹੋਏਗਾ ਸਵੇਰੇ 9:15 ਤੋਂ 10:15 ਵਜੇ ਤੱਕ। ਆਪ ਜੀ ਨੇ ਨੋਟ ਕਰ ਲੈਣਾ ਜੀ। ਤੇ ਜਿਸ ਤਰ੍ਹਾਂ ਆਪ ਜੀ ਨੇ ਅਜੇ ਤੱਕ ਸੰਗਤ ਨੇ ਕਾਫੀ ਸਪੋਰਟ ਦਿੱਤਾ ਹੈ, ਮਹਾਰਾਜ ਜੀ ਕਿਰਪਾ ਨਾਲ ਆਪ ਜੀ ਨੇ ਸਾਰਿਆਂ ਨੇ ਸੰਗਤ ਬਖਸ਼ਣੀ। ਜਿਹੜੀ ਕਥਾ ਦਾ ਅਸੀਂ ਸਾਰੇ ਲਾਹਾ ਲੈ ਰਹੇ ਹਾਂ, ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਸੰਗਤ ਬਖਸ਼ ਰਹੇ ਹੈਗੇ ਜੀ। ਤੇ ਆਪ ਜੀ ਨੇ ਫਿਰ ਕਥਾ ਦਾ ਟਾਈਮ ਨੋਟ ਕਰ ਲੈਣਾ। ਸੋਮਵਾਰ ਤੋਂ ਕੈਲੀਫੋਰਨੀਆ ਟਾਈਮ 9:15 ਵਜੇ ਤੋਂ 10:15 ਵਜੇ ਤੱਕ, ਤੇ ਇੰਡੀਆ ਦਾ ਟਾਈਮ 9:15 ਤੋਂ 10:15 ਵਜੇ ਸਵੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।